ਪਿਆਰੇ ਵਿਦਿਆਰਥੀਓ, ਸਾਡਾ ਇਹ ਅੱਜ ਦਾ ਲੈਕਚਰ ਅੰਤਰਰਾਸ਼ਟਰੀ ਮਨੁੱਖੀ ਅਧਿਕਾਰਾਂ ਸੰਬੰਧੀ ਹੈ। ਇਸ ਲੈਕਚਰ ਵਿੱਚ ਅਸੀਂ ਮਨੁੱਖੀ ਅਧਿਕਾਰਾਂ ਸੰਬੰਧੀ ਅੰਤਰਰਾਸ਼ਟਰੀ ਪੱਧਰ ਤੇ ਕੀ ਉਪਰਾਲੇ ਕੀਤੇ ਗਏ ਹਨ ਅਤੇ ਮਨੁੱਖੀ ਅਧਿਕਾਰਾਂ ਦੀ ਸਥਿਤੀ ਕੀ ਹੈ ਇਸ ਸੰਬੰਧੀ ਚਰਚਾ ਕਰਾਂਗੇ। ਇਸ ਲੈਕਚਰ ਦਾ ਉਦੇਸ਼ ਹੈ ਜਾਂ ਇਸ ਲੈਕਚਰ ਨੂੰ ਸੁਣਨ ਤੋਂ ਬਾਅਦ ਇੱਕ ਵਿਦਿਆਰਥੀ ਕੀ ਸਿੱਖੇਗਾ ਕਿ ਮਨੁੱਖੀ ਅਧਿਕਾਰ ਕੀ ਹੁੰਦੇ ਹਨ, ਮਨੁੱਖੀ ਅਧਿਕਾਰਾਂ ਦੀ ਸੁਰੱਖਿਆ ਲਈ ਅੰਤਰਰਾਸ਼ਟਰੀ ਪੱਧਰ ਤੇ ਕੀ ਉਪਰਾਲੇ ਕੀਤੇ ਗਏ ਹਨ, ਕਿਹੜੇ-ਕਿਹੜੇ ਸਟੈਪ ਚੁੱਕੇ ਗਏ ਹਨ, ਇਹਨਾਂ ਉਪਰਾਲਿਆਂ ਵਿੱਚ ਸੰਯੁਕਤ ਰਾਸ਼ਟਰ ਦੀ ਕੀ ਭੂਮਿਕਾ ਰਹੀ ਹੈ, ਮਨੁੱਖੀ ਅਧਿਕਾਰਾਂ ਦੀ ਮੌਜੂਦਾ ਸਥਿਤੀ ਕਿਹੋ ਜਿਹੀ ਹੈ ਅਤੇ ਭਾਰਤ ਦੁਆਰਾ ਮਨੁੱਖੀ ਅਧਿਕਾਰਾਂ ਸੰਬੰਧੀ ਜੋ ਅੰਤਰਰਾਸ਼ਟਰੀ ਜ਼ਿੰਮੇਵਾਰੀ ਹੈ ਭਾਰਤ ਦੀ, ਉਸ ਦੀ ਕੀ ਸਥਿਤੀ ਹੈ। ਭਾਰਤ ਨੇ ਕਿੰਨੀਆਂ ਕੁ ਅੰਤਰਰਾਸ਼ਟਰੀ ਸੰਧੀਆਂ ਸਮਝੌਤਿਆਂ ਤੇ ਆਪਣੇ ਹਸਤਾਖਰ ਕੀਤੇ ਹਨ, ਪੁਸ਼ਟੀ ਕੀਤੀ ਹੈ। ਸਭ ਤੋਂ ਪਹਿਲਾਂ ਅਸੀਂ ਸ਼ੁਰੂ ਕਰਦੇ ਹਾਂ ਮਨੁੱਖੀ ਅਧਿਕਾਰ ਕੀ ਹੁੰਦੇ ਹਨ। Human rights belongs to a man simply because he is a man. ਮੌਰਿਸ ਕ੍ਰੈਂਸਟਨ ਨੇ ਕਿਹਾ ਹੈ ਕਿ ਮਨੁੱਖੀ ਅਧਿਕਾਰ ਇੱਕ ਮਨੁੱਖ ਨੂੰ ਸਿਰਫ ਇਸੇ ਆਧਾਰ ਤੇ ਮਿਲਦੇ ਹਨ ਕਿਉਂਕਿ ਇੱਕ ਮਨੁੱਖ ਹੈ, ਭਾਵ ਉਹ ਵਿਅਕਤੀ ਕਿਸੇ ਜਾਤ ਧਰਮ ਨਾਲ ਸੰਬੰਧਿਤ ਹੋਵੇ, ਕਿਸੇ ਦੇਸ਼ ਦਾ ਵਾਸੀ ਹੋਵੇ। ਮਨੁੱਖੀ ਅਧਿਕਾਰ ਦਾ ਭਾਵ ਹੈ ਕਿ ਉਸ ਵਿਅਕਤੀ ਨੂੰ ਮਨੁੱਖ ਹੋਣ ਦੇ ਨਾਤੇ ਇਹ ਅਧਿਕਾਰ ਮਿਲਦੇ ਹਨ। ਐਲਨ ਗੈਵਰਥ ਨੇ ਇਸ ਅਧਿਕਾਰ ਦੀ ਪਰਿਭਾਸ਼ਾ ਦਿੱਤੀ ਹੈ। ਹਿਊਮਨ ਰਾਈਟਸ ਆਰ ਰਾਈਟਸ ਔਰ ਐਂਟਾਈਟਲਮੈਂਟਸ that belongs to every person। ਭਾਵ ਮਨੁੱਖੀ ਅਧਿਕਾਰ ਉਹ ਅਧਿਕਾਰ ਜਾਂ ਹੱਕ ਹੁੰਦੇ ਹਨ ਜਿਨ੍ਹਾਂ ਦਾ ਸੰਬੰਧ ਹਰ ਮਨੁੱਖ ਨਾਲ ਹੁੰਦਾ ਹੈ, ਜਿਨ੍ਹਾਂ ਤੇ ਹਰ ਮਨੁੱਖ ਦਾ ਹੱਕ ਹੁੰਦਾ ਹੈ। ਅੰਤਰਰਾਸ਼ਟਰੀ ਪੱਧਰ ਤੇ ਸੰਯੁਕਤ ਰਾਸ਼ਟਰ ਨੇ ਮਨੁੱਖੀ ਅਧਿਕਾਰਾਂ ਦੀ ਸੁਰੱਖਿਆ ਲਈ ਕਾਫੀ ਸਟੈਪ ਚੁੱਕੇ ਹਨ, ਕਾਫੀ ਗਤੀਵਿਧੀਆਂ ਕੀਤੀਆਂ ਹਨ, ਕਾਫੀ ਕਾਰਵਾਈਆਂ ਕੀਤੀਆਂ ਹਨ। ਸੰਯੁਕਤ ਰਾਸ਼ਟਰ ਦਾ ਜੋ ਰੋਲ ਹੈ ਮਨੁੱਖੀ ਅਧਿਕਾਰਾਂ ਦੇ ਵਿੱਚ, ਉਸ ਨੂੰ ਸਮਝਣ ਲਈ ਸਾਨੂੰ ਇਸ ਦੀਆਂ ਕੁਝ ਸੰਸਥਾਵਾਂ ਨੂੰ ਸਮਝਣਾ ਪਵੇਗਾ ਕਿਉਂਕਿ ਇਹਨਾਂ ਸੰਸਥਾਵਾਂ ਦਾ ਜ਼ਿਕਰ ਬਾਰ-ਬਾਰ ਇਸ ਕੁਐਸਚਨ ਦੇ ਵਿੱਚ ਆਵੇਗਾ। ਸਭ ਤੋਂ ਪਹਿਲਾਂ ਅਸੀਂ ਮਹਾਸਭਾ ਦੀ ਗੱਲ ਕਰਦੇ ਹਾਂ। ਮਹਾਸਭਾ ਸੰਯੁਕਤ ਰਾਸ਼ਟਰ ਦਾ ਸਭ ਤੋਂ ਵੱਡਾ ਅੰਗ ਹੈ। ਸੰਯੁਕਤ ਰਾਸ਼ਟਰ ਦਾ ਹਰੇਕ ਮੈਂਬਰ ਰਾਜ ਮਹਾਸਭਾ ਦੇ ਵਿੱਚ ਆਪਣੇ ਮੈਂਬਰ ਭੇਜਦਾ ਹੈ। ਸੰਯੁਕਤ ਰਾਸ਼ਟਰ ਦੀ ਇੱਕ ਸੁਰੱਖਿਆ ਪ੍ਰੀਸ਼ਦ ਹੈ ਜਿਸ ਦਾ ਮੁੱਖ ਉਦੇਸ਼ ਵਿਸ਼ਵ ਦੇ ਵਿੱਚ ਸ਼ਾਂਤੀ ਕਾਇਮ ਰੱਖਣਾ ਹੈ। ਇਸ ਦੇ 15 ਮੈਂਬਰ ਹੁੰਦੇ ਹਨ। ਆਰਥਿਕ ਅਤੇ ਸਮਾਜਿਕ ਪ੍ਰੀਸ਼ਦ ਹੈ ਜਿਸ ਦੇ 54 ਮੈਂਬਰ ਹੁੰਦੇ ਹਨ। ਸੰਯੁਕਤ ਰਾਸ਼ਟਰ ਦੀ ਅਮਾਨਤੀ ਪ੍ਰੀਸ਼ਦ ਹੈ। ਸੰਯੁਕਤ ਰਾਸ਼ਟਰ ਦੀ ਨਿਆਂ ਦੀ ਅੰਤਰਰਾਸ਼ਟਰੀ ਅਦਾਲਤ ਹੈ ਅਤੇ ਸੰਯੁਕਤ ਰਾਸ਼ਟਰ ਦਾ ਸਕੱਤਰੇਤ ਹੈ। ਇਹ 6 ਜੋ ਅੰਗ ਹਨ ਇਹਨਾਂ ਨੂੰ ਸੰਯੁਕਤ ਰਾਸ਼ਟਰ ਦੇ ਪ੍ਰਿੰਸੀਪਲ ਆਰਗਨਸ ਕਿਹਾ ਜਾਂਦਾ ਹੈ। ਇਹਨਾਂ ਦੇ ਵਿੱਚੋਂ 2 ਅੰਗ ਜਿਹੜੇ ਇੱਥੇ ਅਸੀਂ ਪੀਲੇ ਰੰਗ ਦੇ ਵਿੱਚ ਹਾਈਲਾਈਟ ਕੀਤੇ ਹਨ, ਸੰਯੁਕਤ ਰਾਸ਼ਟਰ ਦੀ ਮਹਾਸਭਾ ਅਤੇ ਆਰਥਿਕ ਅਤੇ ਸਮਾਜਿਕ ਪ੍ਰੀਸ਼ਦ ਜਾਂ ਇਕਨੋਮਿਕ ਐਂਡ ਸੋਸ਼ਲ ਕੌਂਸਲ। ਇਹਨਾਂ 2 ਸੰਸਥਾਵਾਂ ਦਾ ਪ੍ਰਮੁੱਖ ਰੋਲ ਹੈ ਅੰਤਰਰਾਸ਼ਟਰੀ ਪੱਧਰ ਤੇ ਮਨੁੱਖੀ ਅਧਿਕਾਰਾਂ ਦੀ ਸੁਰੱਖਿਆ ਨਾਲ ਸੰਬੰਧਿਤ। ਆਰਥਿਕ ਅਤੇ ਸਮਾਜਿਕ ਪ੍ਰੀਸ਼ਦ ਹੈ ਜੋ ਇਸ ਦੇ 54 ਮੈਂਬਰ ਹੁੰਦੇ ਹਨ। ਇਸ ਪ੍ਰੀਸ਼ਦ ਦੀ ਜ਼ਿੰਮੇਵਾਰੀ ਹੈ ਕਿ ਇਸ ਨੇ ਵਿਸ਼ਵ ਦੇ ਵਿੱਚ ਸ਼ਾਂਤੀ ਕਾਇਮ ਰੱਖਣ ਲਈ ਮਾਹੌਲ ਪੈਦਾ ਕਰਨਾ ਹੈ। ਇਸ ਲਾਈਟ ਦੇ ਵਿੱਚ, ਇਸ ਡਾਇਰੈਕਸ਼ਨ ਦੇ ਵਿੱਚ ਆਰਥਿਕ ਅਤੇ ਸਮਾਜਿਕ ਪ੍ਰੀਸ਼ਦ ਨੇ ਮਨੁੱਖੀ ਅਧਿਕਾਰਾਂ ਸੰਬੰਧੀ ਆਯੋਗ UN ਕਮਿਸ਼ਨ ਔਨ ਹਿਊਮਨ ਰਾਈਟਸ ਬਣਾਇਆ ਸੀ ਜਿਸ ਨੇ 1946 ਤੋਂ ਲੈ ਕੇ 2006 ਤੱਕ ਕੰਮ ਕੀਤਾ। ਇਸ ਆਯੋਗ ਦੇ 53 ਮੈਂਬਰ ਹੁੰਦੇ ਸਨ ਅਤੇ 2006 ਤੋਂ ਬਾਅਦ ਇਸ ਆਯੋਗ ਦੀ ਜ਼ਿੰਮੇਵਾਰੀ ਹੈ ਜੋ ਉਹ ਮਨੁੱਖੀ ਅਧਿਕਾਰ ਪ੍ਰੀਸ਼ਦ ਜਾਂ ਹਿਊਮਨ ਰਾਈਟਸ ਕੌਂਸਲ ਨੇ ਸੰਭਾਲ ਲਈ ਹੈ। ਇਸ ਕੌਂਸਲ ਦੇ 47 ਮੈਂਬਰ ਹੁੰਦੇ ਹਨ। ਇਸ ਤੋਂ ਬਿਨਾਂ ਮਨੁੱਖੀ ਅਧਿਕਾਰ ਕਮੇਟੀ ਹੈ ਜਿਸ ਦੇ 18 ਮੈਂਬਰ ਹੁੰਦੇ ਹਨ। 1966 ਦੇ ਵਿੱਚ ਇਹ ਬਣੀ ਸੀ। ਆਰਥਿਕ, ਸਮਾਜਿਕ ਅਤੇ ਸੱਭਿਆਚਾਰਕ ਅਧਿਕਾਰਾਂ ਸੰਬੰਧੀ ਕਮੇਟੀ ਹੈ, ਇਸ ਦੇ ਵੀ 18 ਮੈਂਬਰ ਹੁੰਦੇ ਹਨ। ਇਹ 1985 ਵਿੱਚ ਬਣੀ ਸੀ। ਇਹ ਜੋ ਪ੍ਰੀਸ਼ਦਾਂ ਜਾਂ ਕਮੇਟੀਆਂ ਹਨ ਇਹਨਾਂ ਦੇ ਵਿੱਚ ਜੋ ਪਹਿਲਾ ਅੰਗ ਹੈ ਯੂਨਾਈਟਿਡ ਨੇਸ਼ਨ ਕਮਿਸ਼ਨ ਔਨ ਹਿਊਮਨ ਰਾਈਟਸ, ਇਹ ਤਾਂ ਹੁਣ ਭੰਗ ਹੋ ਚੁੱਕਿਆ ਹੈ। ਦੂਸਰੇ ਨੰਬਰ ਤੇ ਹੈ ਮਨੁੱਖੀ ਅਧਿਕਾਰ ਪ੍ਰੀਸ਼ਦ ਜਿਸ ਨੇ ਇਸ ਦੀ ਥਾਂ ਲਈ ਹੈ। 2006 ਤੋਂ ਇਹ ਹੋਂਦ ਵਿੱਚ ਹੈ। 47 ਮੈਂਬਰੀ ਪ੍ਰੀਸ਼ਦ ਹੈ। ਇਹ ਇੱਕ ਰਾਜਨੀਤਿਕ ਕਿਸਮ ਦੀ ਸੰਸਥਾ ਹੈ, ਭਾਵ ਇਸ ਦੇ ਵਿੱਚ ਜੋ 47 ਮੈਂਬਰ ਹੁੰਦੇ ਹਨ ਉਹ ਆਪੋ ਆਪਣੇ ਰਾਜਾਂ ਨੂੰ ਰਿਪਰੈਜ਼ੈਂਟ ਕਰਦੇ ਹਨ, ਆਪਣੇ ਰਾਜ ਦੀ ਪਾਲਿਸੀ ਦੇ ਅਕੋਰਡਿੰਗ ਆਪਣੀ ਸਲਾਹ ਦਿੰਦੇ ਹਨ। ਇਸ ਤੋਂ ਬਾਅਦ ਹੈ ਮਨੁੱਖੀ ਅਧਿਕਾਰ ਕਮੇਟੀ, ਇਸ ਦੇ 18 ਮੈਂਬਰ ਹੁੰਦੇ ਹਨ। ਇਹ 18 ਐਕਸਪਰਟ ਕਿਸਮ ਦੇ ਮੈਂਬਰ ਹੁੰਦੇ ਹਨ ਅਤੇ ਇਹ ਇੰਡੀਵਿਜੂਅਲ ਕੈਪੈਸਿਟੀ ਦੇ ਵਿੱਚ, ਆਪਣੀ ਵਿਅਕਤੀਗਤ ਕੈਪੈਸਿਟੀ ਦੇ ਵਿੱਚ ਇਸ ਕਮੇਟੀ ਦੇ ਮੈਂਬਰ ਹੁੰਦੇ ਹਨ, ਭਾਵ ਇਹ ਆਪਣੀ ਸਰਕਾਰ ਦੀ ਨੀਤੀ ਦੇ ਅਨੁਸਾਰ ਆਪਣੀ ਸਲਾਹ ਨਹੀਂ ਦਿੰਦੇ। ਆਪਣੀ ਜੋ ਨੌਲੇਜ ਹੁੰਦੀ ਹੈ, ਆਪਣਾ ਜੋ ਕਰੈਕਟਰ ਹੁੰਦਾ ਹੈ, ਮਨੁੱਖੀ ਅਧਿਕਾਰਾਂ ਨਾਲ ਸੰਬੰਧਿਤ ਜੋ ਚੰਗੇ ਲੋਕ ਹਨ ਉਹ ਇਸ ਕਮੇਟੀ ਵਿੱਚ ਪਾਏ ਜਾਂਦੇ ਹਨ ਜਿਨ੍ਹਾਂ ਨੇ ਵਿਸ਼ੇਸ਼ ਯੋਗਦਾਨ ਦਿੱਤਾ ਹੁੰਦਾ ਹੈ ਮਨੁੱਖੀ ਅਧਿਕਾਰਾਂ ਦੀ ਸੁਰੱਖਿਆ ਦੇ ਸੰਬੰਧ ਦੇ ਵਿੱਚ, ਜਿਨ੍ਹਾਂ ਨੂੰ ਆਮ ਕਰਕੇ ਕਾਨੂੰਨ ਦੀ ਵੀ ਚੰਗੀ ਤਰ੍ਹਾਂ ਜਾਣਕਾਰੀ ਹੁੰਦੀ ਹੈ। ਉਹ ਆਪਣੀ ਜ਼ਮੀਰ ਦੀ ਆਵਾਜ਼ ਦੇ ਆਧਾਰ ਤੇ, ਆਪਣੇ ਗਿਆਨ ਦੇ ਆਧਾਰ ਤੇ ਆਪਣੀ ਸਲਾਹ ਦਿੰਦੇ ਹਨ। ਇਸੇ ਤਰ੍ਹਾਂ ਆਰਥਿਕ, ਸਮਾਜਿਕ ਅਤੇ ਸੱਭਿਆਚਾਰਕ ਅਧਿਕਾਰਾਂ ਸੰਬੰਧੀ ਕਮੇਟੀ ਹੈ, ਇਸ ਦੇ ਵੀ 18 ਮੈਂਬਰ ਹੁੰਦੇ ਹਨ। ਇਹ ਵੀ
ਇੰਡੀਪੈਂਡੈਂਟ ਤੌਰ ਤੇ ਆਪਣੀਆਂ ਸਰਕਾਰਾਂ ਤੋਂ ਕੰਮ ਕਰਦੇ ਹਨ ਅਤੇ ਇੰਡੀਵਿਜੂਅਲ ਕਪੈਸਿਟੀ ਦੇ ਵਿੱਚ ਆਪਣੇ ਸਲਾਹ ਮਸ਼ਵਰਾ ਕਮੇਟੀ ਨੂੰ ਦਿੰਦੇ ਹਨ। ਸੰਯੁਕਤ ਰਾਸ਼ਟਰ ਦੁਆਰਾ ਮਨੁੱਖੀ ਅਧਿਕਾਰਾਂ ਦੀ ਸੁਰੱਖਿਆ ਨਾਲ ਸੰਬੰਧਿਤ ਪਹਿਲਾ ਮਹੱਤਵਪੂਰਨ ਸਟੈਪ ਹੈ ਮਨੁੱਖੀ ਅਧਿਕਾਰਾਂ ਦੀ ਵਿਸ਼ਵ ਵਿਆਪੀ ਘੋਸ਼ਣਾ ਜਾਂ ਸਰਵਵਿਆਪੀ ਘੋਸ਼ਣਾ, ਯੂਨੀਵਰਸਲ ਡੈਕਲੇਰੇਸ਼ਨ ਆਫ ਹਿਊਮਨ ਰਾਈਟਸ UDHR। UDHR ਦੇ ਰਸਤੇ ਦੇ ਵਿੱਚ ਜਿਹੜੇ ਮੁੱਖ ਸਟੈਪ ਆਏ ਉਹ ਸਭ ਤੋਂ ਪਹਿਲਾਂ ਹੈ ਸੰਯੁਕਤ ਰਾਸ਼ਟਰ ਦੀ ਸਥਾਪਨਾ, ਜਿਹੜੀ ਕਿ 24 ਅਕਤੂਬਰ 1945 ਨੂੰ ਕੀਤੀ ਗਈ। ਸੰਯੁਕਤ ਰਾਸ਼ਟਰ ਦਾ ਇੱਕ ਪ੍ਰਿੰਸੀਪਲ ਆਰਗਨ ਹੈ ਆਰਥਿਕ ਅਤੇ ਸਮਾਜਿਕ ਪਰਿਸ਼ਦ। ਇਸ ਦੀ ਸਥਾਪਨਾ 26 ਜੂਨ 1945 ਨੂੰ ਕੀਤੀ ਗਈ। ਸਮਾਜਿਕ ਅਤੇ ਆਰਥਿਕ ਪਰਿਸ਼ਦ ਨੇ ਸੰਯੁਕਤ ਰਾਸ਼ਟਰ ਮਨੁੱਖੀ ਅਧਿਕਾਰਾਂ ਸੰਬੰਧੀ ਆਯੋਗ ਸਥਾਪਿਤ ਕੀਤਾ 16 ਫਰਵਰੀ 1946 ਨੂੰ। ਇਸ ਆਯੋਗ ਨੇ ਅੱਗੇ ਚੱਲ ਕੇ ਮਨੁੱਖੀ ਅਧਿਕਾਰ ਖਰੜਾ ਕਮੇਟੀ ਜਾਂ ਡਰਾਫਟਿੰਗ ਕਮੇਟੀ ਸਥਾਪਿਤ ਕੀਤੀ ਫਰਵਰੀ 1947 ਵਿੱਚ, ਜਿਸ ਦਾ ਚੇਅਰਮੈਨ ਐਲਨਰ ਰੂਜ਼ਵੈਲਟ ਨੂੰ ਚੁਣਿਆ ਗਿਆ, ਜਿਹੜੇ ਕਿ ਪੁਰਾਣੇ ਅਮਰੀਕੀ ਰਾਸ਼ਟਰਪਤੀ ਜਿਹੜੇ ਸੈਕੰਡ ਵਰਲਡ ਵਾਰ ਸਮੇਂ ਬਹੁਤਾ ਸਮਾਂ ਅਮਰੀਕਾ ਦੇ ਰਾਸ਼ਟਰਪਤੀ ਰਹੇ ਨੇ। ਰੂਜ਼ਵੈਲਟ ਉਹਨਾਂ ਦੇ ਧਰਮ ਪਤਨੀ ਸੀ ਤੇ ਭਾਰਤ ਦੇ ਵਿੱਚੋਂ ਸ਼੍ਰੀਮਤੀ ਹਾਂਸਾ ਮਹਿਤਾ ਨੂੰ ਇਸ ਦਾ ਮੈਂਬਰ ਚੁਣਿਆ ਗਿਆ। ਇਸ ਡਰਾਫਟਿੰਗ ਕਮੇਟੀ ਨੇ ਜੋ ਡਰਾਫਟ ਤਿਆਰ ਕੀਤਾ, ਡਿਕਲੇਰੇਸ਼ਨ ਤਿਆਰ ਕੀਤੀ, ਉਸ ਨੂੰ ਸੰਯੁਕਤ ਰਾਸ਼ਟਰ ਦੀ ਮਹਾਸਭਾ ਨੇ 10 ਦਸੰਬਰ 1948 ਨੂੰ ਪ੍ਰਵਾਨ ਕਰ ਦਿੱਤਾ। ਅਧਿਕਾਰਾਂ ਦੀ ਵਿਸ਼ਵ ਵਿਆਪੀ ਘੋਸ਼ਣਾ ਜਾਂ UDHR ਸਾਨੂੰ ਕਿਹੜੇ ਅਧਿਕਾਰ ਪ੍ਰੋਵਾਈਡ ਕਰਦੀ ਹੈ? ਇਹ ਪ੍ਰਸਤਾਵਨਾ ਨਾਲ ਸ਼ੁਰੂ ਹੁੰਦੀ ਹੈ ਜਿਸ ਵਿੱਚ ਉਦੇਸ਼ ਦੱਸੇ ਗਏ ਹਨ ਮਨੁੱਖੀ ਅਧਿਕਾਰਾਂ ਦੇ, ਤੇ ਉਹ ਉਦੇਸ਼ ਇਹ ਹਨ ਕਿ ਇਹ ਦੱਸੇ ਗਏ ਹਨ ਕਿ ਜੋ ਜੰਗਾਂ ਹਨ ਉਹ ਮੁੱਖ ਤੌਰ ਤੇ ਉਹਨਾਂ ਦੇ ਸ਼ੁਰੂ ਹੋਣ ਦਾ ਕਾਰਨ ਇਹ ਹੁੰਦਾ ਹੈ ਕਿ ਲੋਕ ਅਸੰਤੁਸ਼ਟ ਹੁੰਦੇ ਹਨ, ਲੋਕਾਂ ਦੇ ਮਨੁੱਖੀ ਅਧਿਕਾਰ ਨੇ ਜਿਹੜੇ ਖੋਹੇ ਜਾਂਦੇ ਹਨ। ਫਿਰ ਉਹ ਲੋਕ ਨੇ ਜਿਹੜੇ ਉਹ ਕਈ ਵਾਰੀ ਬਾਗੀ ਹੋ ਜਾਂਦੇ ਹਨ ਅਤੇ ਜਦੋਂ ਇਸ ਤਰ੍ਹਾਂ ਦੇ ਹਾਲਾਤ ਬਣ ਜਾਣ ਤਾਂ ਵਿਸ਼ਵ ਦੇ ਵਿੱਚ ਸ਼ਾਂਤੀ ਕਾਇਮ ਨਹੀਂ ਰੱਖੀ ਜਾ ਸਕਦੀ। ਵਿਸ਼ਵ ਦੇ ਵਿੱਚ ਸ਼ਾਂਤੀ ਕਾਇਮ ਰੱਖਣ ਲਈ ਸਾਰੇ ਮਨੁੱਖਾਂ ਨੂੰ ਮਨੁੱਖੀ ਅਧਿਕਾਰ, ਮੌਲਿਕ ਅਧਿਕਾਰ ਮਿਲਣੇ ਜ਼ਰੂਰੀ ਹਨ। ਇਸ ਤੋਂ ਬਾਅਦ ਪਹਿਲੇ ਹੀ ਆਰਟੀਕਲ ਦੇ ਵਿੱਚ ਕਿਹਾ ਗਿਆ ਹੈ ਕਿ ਸਾਰੇ ਹੀ ਮਨੁੱਖ ਸਮਾਨ ਪੈਦਾ ਹੋਏ ਹਨ, ਚਾਹੇ ਕੋਈ ਇਸਤਰੀ ਹੋਵੇ, ਚਾਹੇ ਪੁਰਸ਼ ਹੋਵੇ, ਕਿਸੇ ਜਾਤ ਧਰਮ ਨਾਲ ਸੰਬੰਧਿਤ ਹੋਵੇ। ਇਸ ਘੋਸ਼ਣਾ ਦੇ ਵਿੱਚ ਜੋ ਅਧਿਕਾਰ ਦਰਜ ਹਨ, ਦੂਸਰੇ ਨੰਬਰ ਤੇ ਕਿਹਾ ਗਿਆ ਕਿ ਉਹਨਾਂ ਅਧਿਕਾਰਾਂ ਤੇ ਸਾਰੇ ਲੋਕਾਂ ਦਾ ਬਰਾਬਰ ਦਾ ਹੱਕ ਹੈ। ਤੀਸਰੇ ਨੰਬਰ ਤੇ ਕਿਹਾ ਗਿਆ ਹੈ ਕਿ ਜੀਵਨ, ਸੁਤੰਤਰਤਾ ਅਤੇ ਸੁਰੱਖਿਆ ਦਾ ਅਧਿਕਾਰ ਹਰੇਕ ਵਿਅਕਤੀ ਨੂੰ ਪ੍ਰਾਪਤ ਹੋਵੇਗਾ। ਚੌਥੇ ਨੰਬਰ ਤੇ ਕਿਹਾ ਗਿਆ ਹੈ ਕਿ ਕਿਸੇ ਵੀ ਕਿਸਮ ਦੀ ਗੁਲਾਮੀ ਦੀ ਮਨਾਹੀ ਹੋਵੇਗੀ, ਗੁਲਾਮਾਂ ਦੇ ਖਰੀਦ ਵਿੱਚ, ਗੁਲਾਮਾਂ ਦੇ ਵਪਾਰ ਦੀ ਮਨਾਹੀ ਹੋਵੇਗੀ। ਪੰਜਵੇਂ ਨੰਬਰ ਤੇ ਕਿਹਾ ਗਿਆ ਹੈ ਕਿ ਤਸੀਹਿਆਂ ਅਤੇ ਅਣਮਨੁੱਖੀ ਵਿਵਹਾਰ ਦੀ ਮਨਾਹੀ ਹੋਵੇਗੀ। ਛੇਵੇਂ ਨੰਬਰ ਤੇ ਕਿਹਾ ਗਿਆ ਹੈ ਕਿ ਕਾਨੂੰਨ ਸਾਹਮਣੇ ਇੱਕ ਮਨੁੱਖ ਦੇ ਤੌਰ ਤੇ, ਇੱਕ ਵਿਅਕਤੀ ਦੇ ਤੌਰ ਤੇ, ਪਰਸਨ ਦੇ ਤੌਰ ਤੇ ਮਾਨਤਾ ਦਾ ਅਧਿਕਾਰ ਹਰੇਕ ਵਿਅਕਤੀ ਨੂੰ ਹੋਵੇਗਾ। ਭਾਵ ਕਾਨੂੰਨ ਦੇ ਸਾਹਮਣੇ ਹਰੇਕ ਵਿਅਕਤੀ ਨੂੰ ਇੱਕ ਪਰਸਨ ਦੇ ਤੌਰ ਤੇ ਕੰਸੀਡਰ ਕੀਤਾ ਜਾਵੇਗਾ। ਸੱਤਵੇਂ ਨੰਬਰ ਤੇ ਕਿਹਾ ਗਿਆ ਹੈ ਕਿ ਸਾਰੇ ਵਿਅਕਤੀ ਨੇ ਜਿਹੜੇ ਕਾਨੂੰਨ ਸਾਹਮਣੇ ਸਮਾਨ ਹੋਣਗੇ, ਸਾਰਿਆਂ ਨੂੰ ਕਾਨੂੰਨ ਦੀ ਸਮਾਨ ਸੁਰੱਖਿਆ ਪ੍ਰਾਪਤ ਹੋਵੇਗੀ। ਅੱਠਵੇਂ ਨੰਬਰ ਤੇ ਕਿਹਾ ਗਿਆ ਹੈ ਕਿ ਕਿਸੇ ਵੀ ਵਿਅਕਤੀ ਦੇ ਇਹਨਾਂ ਅਧਿਕਾਰਾਂ ਦੀ ਜੇ ਉਲੰਘਣਾ ਹੁੰਦੀ ਹੈ ਤਾਂ ਉਸ ਵਿਅਕਤੀ ਨੂੰ ਕਾਨੂੰਨੀ ਉਪਚਾਰ ਦਾ ਅਧਿਕਾਰ ਹੋਵੇਗਾ, ਜੁਡੀਸ਼ੀਅਲ ਰੈਮਡੀਜ਼ ਦਾ ਅਧਿਕਾਰ ਹੋਵੇਗਾ, ਜਿਨ੍ਹਾਂ ਦੀ ਵਰਤੋਂ ਕਰਕੇ ਉਹ ਵਿਅਕਤੀ ਆਪਣੇ ਅਧਿਕਾਰ ਪ੍ਰਾਪਤ ਕਰ ਸਕੇ, ਅਧਿਕਾਰਾਂ ਦੀ ਬਹਾਲੀ ਕਰਵਾ ਸਕੇ। 9ਵੇਂ ਨੰਬਰ ਤੇ ਕਿਹਾ ਗਿਆ ਹੈ ਕਿ ਕਿਸੇ ਵਿਅਕਤੀ ਨੂੰ ਮਨਮਰਜ਼ੀ ਨਾਲ ਗ੍ਰਿਫਤਾਰ ਨਹੀਂ ਕੀਤਾ ਜਾ ਸਕਦਾ। ਉਦੋਂ ਤੱਕ ਗ੍ਰਿਫਤਾਰ ਨਹੀਂ ਕੀਤਾ ਜਾ ਸਕਦਾ ਜਦੋਂ ਤੱਕ ਵਿਅਕਤੀ ਨੇ ਕੋਈ ਕਾਨੂੰਨ ਨਾ ਤੋੜਿਆ ਹੋਵੇ, ਤੇ ਕੋਈ ਵੀ ਕਾਨੂੰਨ ਹੈ ਜਿਹੜਾ ਉਹ ਰੈਟਰੋਸਪੈਕਟਿਵ ਇਫੈਕਟ ਨਾਲ ਲਾਗੂ ਨਹੀਂ ਹੋਵੇਗਾ। ਭਾਵ ਜੇ ਅੱਜ ਕੋਈ ਕਾਨੂੰਨ ਬਣਦਾ ਹੈ ਜਿਸ ਦੁਆਰਾ ਕਿਸੇ ਗਤੀਵਿਧੀ ਨੂੰ ਗੈਰ ਕਾਨੂੰਨੀ ਕਰਾਰ ਦਿੱਤਾ ਗਿਆ ਹੋਵੇ ਤਾਂ ਉਹ ਯੈਸਟਰਡੇ ਤੇ, ਪੁਰਾਣੇ ਦਿਨਾਂ ਤੇ ਲਾਗੂ ਨਹੀਂ ਹੋਵੇਗਾ। 10ਵਾਂ ਅਧਿਕਾਰ ਹੈ ਨਿਆਂਪੂਰਨ ਅਤੇ ਨਿਰਪੱਖ ਅਦਾਲਤੀ ਸੁਣਵਾਈ ਦਾ ਅਧਿਕਾਰ ਹੋਵੇਗਾ ਸਾਰੇ ਵਿਅਕਤੀਆਂ ਨੂੰ। 11ਵੇਂ ਨੰਬਰ ਤੇ ਕਥਿਤ ਅਪਰਾਧੀਆਂ ਦੇ ਭਾਵ ਮੁਲਜ਼ਮਾਂ ਦੇ ਅਧਿਕਾਰ ਹਨ। ਕਥਿਤ ਅਪਰਾਧੀ ਉਸ ਵਿਅਕਤੀ ਨੂੰ ਕਿਹਾ ਜਾਂਦਾ ਹੈ ਜਿਸ ਵਿਅਕਤੀ ਤੇ ਕੋਈ ਦੋਸ਼ ਲੱਗਿਆ ਹੋਵੇ ਕਿ ਇਸ ਵਿਅਕਤੀ ਨੇ ਅਪਰਾਧ ਕੀਤਾ ਹੈ, ਪਰੰਤੂ ਉਹ ਦੋਸ਼ ਹੈ ਜੋ ਅਦਾਲਤ ਨੇ ਸਿੱਧ ਨਾ ਕੀਤਾ ਹੋਵੇ, ਅਦਾਲਤ ਨੇ ਡਿਕਲੇਅਰ ਨਾ ਕੀਤਾ ਹੋਵੇ ਉਸ ਵਿਅਕਤੀ ਨੂੰ ਦੋਸ਼ੀ। ਮੁਜਰਮ ਜਿੰਨਾ ਚਿਰ ਕਿਸੇ ਵਿਅਕਤੀ ਨੂੰ ਡਿਕਲੇਅਰ ਨਹੀਂ ਕੀਤਾ ਜਾਂਦਾ ਉਹਨਾਂ ਚਿਰ ਉਸ ਨੂੰ ਮੁਲਜ਼ਮ ਮੰਨਿਆ ਜਾਵੇਗਾ। ਉਸ ਵਿਅਕਤੀ ਨੂੰ ਆਪਣੇ ਖਿਲਾਫ ਗਵਾਹੀ ਦੇਣ ਲਈ ਮਜਬੂਰ ਨਹੀਂ ਕੀਤਾ ਜਾ ਸਕਦਾ, ਤੇ ਉਸ ਵਿਅਕਤੀ ਨੂੰ ਜਿੰਨਾ ਚਿਰ ਦੋਸ਼ ਸਿੱਧ ਨਹੀਂ ਹੋ ਜਾਂਦਾ ਉਹਨਾਂ ਚਿਰ ਉਸ ਵਿਅਕਤੀ ਨੂੰ ਨਿਰਦੋਸ਼ ਮੰਨਿਆ ਜਾਵੇਗਾ। ਹਰ ਵਿਅਕਤੀ ਨੂੰ ਨਿੱਜਤਾ ਦਾ ਅਧਿਕਾਰ ਹੋਵੇਗਾ। ਕਿਸੇ ਵਿਅਕਤੀ ਦੇ ਘਰ ਦੀ ਬਿਨਾਂ ਕਾਰਨ ਦੇ ਅਣਉਚਿਤ ਤੌਰ ਤੇ ਤਲਾਸ਼ੀ ਨਹੀਂ ਲਈ ਜਾ ਸਕਦੀ। ਕਿਸੇ ਵਿਅਕਤੀ ਦੀ ਨਿੱਜੀ ਲਾਈਫ ਦੇ ਵਿੱਚ ਇੰਟਰਫੇਰੈਂਸ ਨਹੀਂ ਕੀਤੀ ਜਾ ਸਕਦੀ। ਹਰ ਵਿਅਕਤੀ ਨੂੰ ਆਪਣੇ ਦੇਸ਼ ਦੇ ਵਿੱਚ, ਆਪਣੇ ਰਾਜ ਦੇ ਵਿੱਚ ਘੁੰਮਣ ਫਿਰਨ, ਆਪਣੀ ਪਸੰਦ ਦੀ ਥਾਂ ਤੇ ਆਪਣਾ ਘਰ ਬਣਾਉਣ ਅਤੇ ਆਪਣਾ ਦੇਸ਼ ਛੱਡਣ ਦਾ ਜਾਂ ਕੋਈ ਵੀ ਦੇਸ਼ ਛੱਡਣ ਦਾ ਵੀ ਅਧਿਕਾਰ ਦਿੱਤਾ ਗਿਆ ਹੈ ਇਸ ਡਿਕਲੇਰੇਸ਼ਨ ਦੇ ਵਿੱਚ। 14ਵੇਂ ਨੰਬਰ ਤੇ ਅਧਿਕਾਰ ਦਿੱਤਾ ਗਿਆ ਹੈ ਸ਼ਰਨ ਲੈਣ ਦਾ ਅਧਿਕਾਰ। ਜੇ ਕਿਸੇ ਵਿਅਕਤੀ ਨੂੰ ਕਿਸੇ ਵਿਅਕਤੀ ਦੇ
ਰਾਜਨੀਤਿਕ ਵਿਚਾਰਾਂ ਕਰਕੇ ਸਰਕਾਰ ਦੁਆਰਾ ਤੰਗ ਪਰੇਸ਼ਾਨ ਕੀਤਾ ਜਾ ਰਿਹਾ ਹੋਵੇ, ਤਸੀਹੇ ਦਿੱਤੇ ਜਾ ਰਹੇ ਹੋਣ, ਤਾਂ ਅਜਿਹਾ ਵਿਅਕਤੀ ਦੂਸਰੇ ਰਾਜਾਂ ਕੋਲ, ਦੂਸਰੇ ਦੇਸ਼ਾਂ ਦੇ ਵਿੱਚ ਰਾਜਨੀਤਿਕ ਸ਼ਰਨ ਲਈ ਅਪਲਾਈ ਕਰ ਸਕਦਾ ਹੈ। 15ਵੇਂ ਨੰਬਰ ਤੇ ਰਾਸ਼ਟਰੀਅਤਾ ਦਾ ਅਧਿਕਾਰ ਹੈ ਕਿ ਕਿਸੇ ਵੀ ਵਿਅਕਤੀ ਨੂੰ ਉਸ ਦੀ ਰਾਸ਼ਟਰੀਅਤਾ ਤੋਂ ਵੰਚਿਤ ਨਹੀਂ ਕੀਤਾ ਜਾਵੇਗਾ। 16ਵੇਂ ਨੰਬਰ ਤੇ ਵਿਆਹ ਅਤੇ ਪਰਿਵਾਰ ਸੰਬੰਧੀ ਅਧਿਕਾਰ ਹਨ ਕਿ ਹਰ ਵਿਅਕਤੀ ਨੂੰ ਆਪਣੀ ਇੱਛਾ ਅਨੁਸਾਰ ਵਿਆਹ ਕਰਵਾਉਣ ਦਾ ਅਧਿਕਾਰ ਹੈ, ਤੇ ਵਿਆਹ ਕੀਤੇ ਜਾਣ ਸੰਬੰਧੀ ਜੋ ਸਪਾਊਸਸ ਹਨ, ਜੋ ਵਿਆਹ ਵਾਲੇ ਲੜਕਾ ਅਤੇ ਲੜਕੀ ਹਨ, ਉਹਨਾਂ ਦੀ ਇੱਛਾ ਤੋਂ ਬਿਨਾਂ ਵਿਆਹ ਹੈ ਜੋ ਨਹੀਂ ਕੀਤਾ ਜਾ ਸਕਦਾ। ਅਤੇ ਹਰ ਵਿਅਕਤੀ ਨੂੰ ਵਿਆਹ ਤੋਂ ਬਾਅਦ ਆਪਣਾ ਪਰਿਵਾਰ ਵਸਾਉਣ ਦਾ ਅਧਿਕਾਰ ਹੈ। ਫੈਮਿਲੀ ਨਾਲ ਸੰਬੰਧਿਤ ਅਧਿਕਾਰ ਨੇ ਜਿਹੜੇ ਸਾਰੀਆਂ ਸਰਕਾਰਾਂ ਨੂੰ ਇਸ ਡਿਕਲੇਰੇਸ਼ਨ ਦੇ ਵਿੱਚ ਕਿਹਾ ਗਿਆ ਹੈ ਕਿ ਉਹ ਦੇਣੇ ਪੈਣਗੇ। 17ਵੇਂ ਨੰਬਰ ਤੇ ਹੈ ਸੰਪਤੀ ਦਾ ਅਧਿਕਾਰ। ਹਰ ਵਿਅਕਤੀ ਨੂੰ ਆਪਣੀ ਸੰਪਤੀ ਰੱਖਣ ਦਾ ਅਧਿਕਾਰ ਹੈ, ਇਸ ਨੂੰ ਵੇਚਣ ਦਾ ਅਧਿਕਾਰ ਹੈ, ਇਸ ਨੂੰ ਵਰਤਣ ਦਾ ਅਧਿਕਾਰ ਹੈ। ਕਿਸੇ ਵਿਅਕਤੀ ਨੂੰ ਅਣਉਚਿਤ ਤਰੀਕੇ ਨਾਲ, ਗੈਰ ਕਾਨੂੰਨੀ ਤਰੀਕੇ ਨਾਲ ਉਸ ਦੀ ਸੰਪਤੀ ਤੋਂ ਵੰਚਿਤ ਨਹੀਂ ਕੀਤਾ ਜਾਵੇਗਾ। 18ਵੇਂ ਨੰਬਰ ਤੇ ਧਰਮ ਦਾ ਅਧਿਕਾਰ ਦਿੱਤਾ ਗਿਆ ਹੈ। ਇਸ ਅਧਿਕਾਰ ਅਨੁਸਾਰ ਹਰ ਵਿਅਕਤੀ ਨੂੰ ਆਪਣਾ ਧਰਮ ਮੰਨਣ, ਆਪਣਾ ਧਰਮ ਬਦਲਣ ਅਤੇ ਆਪਣਾ ਧਰਮ ਛੱਡਣ ਦਾ ਅਧਿਕਾਰ ਹੈ, ਅਤੇ ਆਪਣੇ ਧਰਮ ਦੀ ਪਾਠ ਪੂਜਾ ਕਰਨ ਦਾ ਅਧਿਕਾਰ ਹੈ। 19ਵੇਂ ਨੰਬਰ ਤੇ ਵਿਚਾਰਾਂ ਦੇ ਪ੍ਰਗਟਾਵੇ ਦਾ ਅਧਿਕਾਰ ਦਿੱਤਾ ਗਿਆ ਹੈ। ਹਰ ਵਿਅਕਤੀ ਆਪਣੇ ਵਿਚਾਰਾਂ ਦਾ ਪ੍ਰਗਟਾਵਾ ਕਰ ਸਕਦਾ ਹੈ। 20ਵਾਂ ਅਧਿਕਾਰ ਹੈ ਯੂਨੀਅਨ ਬਣਾਉਣ ਅਤੇ ਸ਼ਾਂਤੀਪੂਰਵਕ ਤਰੀਕੇ ਨਾਲ ਇਕੱਠੇ ਹੋਣ ਦਾ ਅਧਿਕਾਰ। ਅਤੇ 21ਵਾਂ ਅਧਿਕਾਰ ਹੈ ਸ਼ਾਸਨ ਦੇ ਵਿੱਚ ਭਾਗੀਦਾਰੀ ਲੈਣ ਦਾ ਅਧਿਕਾਰ। ਕੋਈ ਵਿਅਕਤੀ ਪ੍ਰਤੱਖ ਤੌਰ ਤੇ ਜਾਂ ਅਪ੍ਰਤੱਖ ਤੌਰ ਤੇ ਆਪਣੇ ਪ੍ਰਤੀਨਿਧਾਂ ਦੁਆਰਾ ਦੇਸ਼ ਦੇ ਸ਼ਾਸਨ ਪ੍ਰਬੰਧ ਦੇ ਵਿੱਚ ਭਾਗ ਲੈ ਸਕਦਾ ਹੈ। 22ਵਾਂ ਆਰਟੀਕਲ ਅਧਿਕਾਰ ਦਿੰਦਾ ਹੈ ਸਮਾਜਿਕ ਸੁਰੱਖਿਆ ਦਾ ਅਧਿਕਾਰ। ਭਾਵ ਜੇਕਰ ਕੋਈ ਵਿਅਕਤੀ ਬੁਢਾਪੇ ਕਾਰਨ, ਅੰਗਹੀਣਤਾ ਕਾਰਨ ਆਪਣੀਆਂ ਮੌਲਿਕ ਜ਼ਰੂਰਤਾਂ ਪੂਰੀਆਂ ਨਹੀਂ ਕਰ ਸਕਦਾ, ਤਾਂ ਉਸ ਦੀਆਂ ਮੌਲਿਕ ਜ਼ਰੂਰਤਾਂ ਸਟੇਟ ਨੂੰ ਪੂਰੀਆਂ ਕਰਨੀਆਂ ਚਾਹੀਦੀਆਂ ਹਨ। 23ਵਾਂ ਅਧਿਕਾਰ ਹੈ ਕੰਮ ਦਾ ਅਧਿਕਾਰ, ਰਾਈਟ ਟੂ ਵਰਕ। ਹਰ ਵਿਅਕਤੀ ਨੂੰ ਸਰਕਾਰ ਤੋਂ ਆਪਣੀ ਯੋਗਤਾ ਅਨੁਸਾਰ ਕੰਮ ਮੰਗਣ ਦਾ ਅਧਿਕਾਰ ਹੈ, ਤੇ ਸਟੇਟ ਦੀ ਜ਼ਿੰਮੇਵਾਰੀ ਹੈ ਕਿ ਕੰਮ ਪ੍ਰੋਵਾਈਡ ਕਰਵਾਵੇ ਆਪਣੇ ਨਾਗਰਿਕਾਂ ਨੂੰ। ਤੇ ਕੰਮ ਦੇ ਨਾਲ ਹੀ ਹੈ ਕੰਮ ਕਰਨ ਦੇ ਉਚਿਤ ਸਮੇਂ ਦਾ ਅਧਿਕਾਰ ਅਤੇ ਆਰਾਮ ਦਾ ਅਧਿਕਾਰ। ਕਿਸੇ ਵਿਅਕਤੀ ਨੂੰ ਕੋਈ ਵੀ ਇੰਪਲਾਇਰ ਆਪਣੀ ਇੱਛਾ ਅਨੁਸਾਰ ਕੰਮ ਕਰਨ ਲਈ ਮਜਬੂਰ ਨਹੀਂ ਕਰ ਸਕਦਾ। ਕੰਮ ਕਰਨ ਦੇ ਘੰਟੇ ਨੇ ਜੋ ਉਹ ਨਿਸ਼ਚਿਤ ਹੋਣੇ ਚਾਹੀਦੇ ਹਨ। ਤੇ ਹਰ ਵਿਅਕਤੀ ਦੀ ਤਨਖਾਹ ਇੰਨੀ ਕੁ ਜ਼ਰੂਰ ਹੋਣੀ ਚਾਹੀਦੀ ਹੈ ਕਿ ਉਹ ਆਪਣਾ ਤੇ ਆਪਣੇ ਪਰਿਵਾਰ ਦਾ ਉਚਿਤ ਜੀਵਨ ਨਿਰਵਾਹ ਕਰ ਸਕੇ। ਭਾਵ ਉਚਿਤ ਮਜ਼ਦੂਰੀ ਦਾ ਜਾਂ ਉਚਿਤ ਮਿਹਨਤਾਨੇ ਦਾ ਅਧਿਕਾਰ ਵੀ ਦਿੱਤਾ ਗਿਆ ਹੈ। 26ਵੇਂ ਆਰਟੀਕਲ ਦੇ ਵਿੱਚ ਸਿੱਖਿਆ ਦਾ ਅਧਿਕਾਰ ਦਿੱਤਾ ਗਿਆ ਹੈ ਕਿ ਸਾਰੇ ਜੋ ਲੋਕ ਹਨ, ਸਾਰੇ ਵਿਅਕਤੀ ਹਨ, ਚਾਹੇ ਉਹ ਕਿਸੇ ਰਾਜ ਦੇ ਵਿੱਚ ਨਾਗਰਿਕ ਹੋਣ, ਚਾਹੇ ਗੈਰ ਨਾਗਰਿਕ ਹੋਣ, ਸਟੇਟ ਦੀ ਜ਼ਿੰਮੇਵਾਰੀ ਹੈ ਕਿ ਸਾਰੇ ਲੋਕਾਂ ਨੂੰ ਘੱਟੋ ਘੱਟ ਪ੍ਰਾਇਮਰੀ ਐਜੂਕੇਸ਼ਨ, ਐਲੀਮੈਂਟਰੀ ਐਜੂਕੇਸ਼ਨ ਹੈ ਜੋ ਉਹ ਫ੍ਰੀ ਪ੍ਰੋਵਾਈਡ ਕਰਵਾਵੇ। ਅਤੇ ਜੋ ਹਾਇਰ ਐਜੂਕੇਸ਼ਨ ਹੈ ਉਹ ਵੀ ਸਾਰੇ ਵਿਅਕਤੀਆਂ ਲਈ, ਸਾਰੇ ਵਿਅਕਤੀਆਂ ਦੀ ਉਸ ਤੱਕ ਪਹੁੰਚ ਹੋਵੇ। ਉਸ ਦੇ ਖਰਚੇ ਇੰਨੇ ਜ਼ਿਆਦਾ ਨਾ ਹੋਣ ਕਿ ਸਮਾਜ ਦਾ ਇੱਕ ਵਰਗ ਹੈ ਜੋ ਹਾਇਰ ਐਜੂਕੇਸ਼ਨ ਤੋਂ ਵੰਚਿਤ ਹੈ ਆਪਣੇ ਆਰਥਿਕ ਕਮਜ਼ੋਰੀ ਕਾਰਨ। ਹਾਇਰ ਐਜੂਕੇਸ਼ਨ ਤੱਕ ਵੀ, ਟੈਕਨੀਕਲ ਐਜੂਕੇਸ਼ਨ ਤੱਕ ਵੀ ਸਾਰੇ ਲੋਕਾਂ ਦੀ ਪਹੁੰਚ ਹੋਣੀ ਚਾਹੀਦੀ ਹੈ। 27ਵਾਂ ਅਧਿਕਾਰ ਹੈ ਸੱਭਿਆਚਾਰਕ ਅਧਿਕਾਰ ਕਿ ਹਰ ਵਿਅਕਤੀ ਨੂੰ ਆਪਣੇ ਸੱਭਿਆਚਾਰ ਨੂੰ ਕਾਇਮ ਰੱਖਣ ਦਾ, ਸੱਭਿਆਚਾਰ, ਧਰਮ, ਆਪਣਾ ਭਾਸ਼ਾ, ਰਹੁ ਰੀਤਾਂ, ਉਹਨਾਂ ਦੀ ਪਾਲਣਾ ਕਰਨ ਦਾ ਅਧਿਕਾਰ ਹੋਣਾ ਚਾਹੀਦਾ ਹੈ। ਅਤੇ ਇਸ ਵਿੱਚ ਬੌਧਿਕ ਸੰਪਤੀ ਦਾ ਅਧਿਕਾਰ ਵੀ ਸ਼ਾਮਿਲ ਹੈ ਕਿ ਜੇ ਕਿਸੇ ਵਿਅਕਤੀ ਨੇ ਆਪਣੀ ਕੋਈ ਇੰਟੈਲੈਕਚੁਅਲ ਪ੍ਰਾਪਰਟੀ ਕ੍ਰੀਏਟ ਕੀਤੀ ਹੈ ਤਾਂ ਉਸ ਪ੍ਰਾਪਰਟੀ ਤੇ ਉਸ ਵਿਅਕਤੀ ਦਾ ਹੱਕ ਹੋਣਾ ਚਾਹੀਦਾ ਹੈ। ਉਸ ਵਿਅਕਤੀ ਦੀ ਸਹਿਮਤੀ ਤੋਂ ਬਿਨਾਂ ਕਿਸੇ ਦੂਸਰੇ ਵਿਅਕਤੀ ਨੂੰ ਉਸ ਪ੍ਰਾਪਰਟੀ ਨੂੰ ਵਰਤਣ ਦਾ ਅਧਿਕਾਰ ਨਹੀਂ ਹੋਣਾ ਚਾਹੀਦਾ। ਅਤੇ 28ਵਾਂ ਹੈ ਉਚਿਤ ਸਮਾਜਿਕ ਅਤੇ ਅੰਤਰਰਾਸ਼ਟਰੀ ਵਿਵਸਥਾ ਦਾ ਅਧਿਕਾਰ, ਜਿਸ ਵਿੱਚ ਇਹਨਾਂ ਅਧਿਕਾਰਾਂ ਦਾ ਆਨੰਦ ਮਾਣਿਆ ਜਾ ਸਕੇ। ਇਹ ਅਧਿਕਾਰ ਨੇ ਜਿਹੜੇ ਪ੍ਰਾਪਤ ਕਰ ਸਕਣ ਲੋਕ। 29ਵਾਂ ਜੋ ਆਰਟੀਕਲ ਹੈ ਉਹ ਉਚਿਤ ਪਾਬੰਦੀਆਂ ਦੀ ਗੱਲ ਕਰਦਾ ਹੈ ਕਿ ਕਿਹੜੇ ਸਮੇਂ ਤੇ ਕਿਸ ਤਰ੍ਹਾਂ ਦੇ ਹਾਲਾਤ ਦੇ ਵਿੱਚ ਕਿਸ ਤਰ੍ਹਾਂ ਦੀਆਂ ਪਾਬੰਦੀਆਂ ਲਾਈਆਂ ਜਾ ਸਕਦੀਆਂ ਹਨ। ਅਤੇ ਸਵੈ ਅਨੁਸ਼ਾਸਨ ਦੀ ਗੱਲ ਕਰਦਾ ਹੈ ਕਿ ਨਾਗਰਿਕਾਂ ਨੂੰ, ਲੋਕਾਂ ਨੂੰ ਕਿਸ ਤਰ੍ਹਾਂ ਇਹ ਅਧਿਕਾਰ ਵਰਤਣੇ ਚਾਹੀਦੇ ਹਨ ਤੇ ਕਿਵੇਂ ਅਨੁਸ਼ਾਸਨ ਆਪਣੇ ਉੱਪਰ ਇਨਫੋਰਸ ਕਰਨਾ ਚਾਹੀਦਾ ਹੈ। ਇਸ ਘੋਸ਼ਣਾ ਦੀ ਆੜ ਦੇ ਵਿੱਚ ਕਿਹਾ ਗਿਆ ਹੈ ਕਿ ਇੱਥੇ ਜਿਹੜੇ ਅਧਿਕਾਰ ਪ੍ਰਦਾਨ ਕੀਤੇ ਗਏ ਹਨ, ਕਿਸੇ ਸੰਸਥਾ ਦੁਆਰਾ, ਕਿਸੇ ਸਰਕਾਰ ਦੁਆਰਾ ਇਹਨਾਂ ਅਧਿਕਾਰਾਂ ਦਾ ਨਾਮ ਲੈ ਕੇ ਇਹਨਾਂ ਹੀ ਅਧਿਕਾਰਾਂ ਦੀ ਉਲੰਘਣਾ ਨਹੀਂ ਕੀਤੀ ਜਾ ਸਕਦੀ। ਇਹ ਜੋ 30 ਆਰਟੀਕਲ ਹਨ ਉਹ UDHR ਦੇ, ਉਹ ਪੂਰੇ ਵਿਸ਼ਵ ਦੇ ਲੋਕਾਂ ਨੂੰ ਲਈ ਕੁਝ ਅਧਿਕਾਰਾਂ ਦੀ ਘੋਸ਼ਣਾ ਕਰਦੇ ਹਨ, ਡਿਕਲੇਰੇਸ਼ਨ ਕਰਦੇ ਹਨ। UDHR ਦੀਆਂ ਜੋ ਮੁੱਖ ਵਿਸ਼ੇਸ਼ਤਾਵਾਂ ਹਨ ਉਹ ਇਸ ਤਰ੍ਹਾਂ ਹਨ ਕਿ ਇਹ UDHR ਕੋਈ ਅੰਤਰਰਾਸ਼ਟਰੀ ਸੰਧੀ ਨਹੀਂ ਹੈ। ਜੋ ਸੰਧੀ ਹੁੰਦੀ ਹੈ ਉਹ ਸਾਰੇ ਜੋ ਮੈਂਬਰ ਰਾਜ ਹੁੰਦੇ ਹਨ ਸੰਧੀ ਦੇ, ਉਹਨਾਂ ਲਈ ਮੰਨਣੀ ਜ਼ਰੂਰੀ ਹੁੰਦੀ ਹੈ, ਪਰੰਤੂ ਇਹ ਕੋਈ ਅੰਤਰਰਾਸ਼ਟਰੀ ਸੰਧੀ ਨਹੀਂ ਹੈ। ਇਹ ਕੇਵਲ ਇੱਕ ਡਿਕਲੇਰੇਸ਼ਨ ਹੈ
ਜਿਸ ਨੂੰ ਰਾਜਾਂ ਨੇ ਸਿਧਾਂਤਕ ਤੌਰ ਤੇ ਮਾਨਤਾ ਦਿੱਤੀ ਹੈ ਕਿ ਹਾਂ ਸਾਨੂੰ ਇਹ ਅਧਿਕਾਰ ਦੇਣੇ ਚਾਹੀਦੇ ਹਨ, ਹਾਂ ਇਹ ਸਾਰੇ ਮਨੁੱਖਾਂ ਦੇ ਮੌਲਿਕ ਅਧਿਕਾਰ ਹਨ, ਪਰੰਤੂ ਕਾਨੂੰਨੀ ਤੌਰ ਤੇ ਮਾਨਤਾ ਨਹੀਂ ਦਿੱਤੀ ਕਿ ਹਾਂ ਅਸੀਂ ਆਪਣੇ ਖੇਤਰ ਦੇ ਵਿੱਚ ਇਹ ਅਧਿਕਾਰ ਦੇਣ ਲਈ ਵਚਨਬੱਧ ਹਾਂ। ਇਸ ਲਈ ਇਸ ਘੋਸ਼ਣਾ ਤੇ ਰਾਜਾਂ ਦੀ ਪੁਸ਼ਟੀ ਦੀ ਕੋਈ ਰੈਟੀਫਿਕੇਸ਼ਨ ਦੀ ਜ਼ਰੂਰਤ ਨਹੀਂ ਹੈ। ਇਸੇ ਲਈ ਇਸ ਘੋਸ਼ਣਾ ਨੂੰ ਉਹਨਾਂ ਸਾਰੇ ਰਾਜਾਂ ਤੇ ਲਾਗੂ ਸਮਝਿਆ ਜਾਂਦਾ ਹੈ ਜਿਹੜੇ ਵੀ ਰਾਜ ਸੰਯੁਕਤ ਰਾਸ਼ਟਰ ਦੇ ਮੈਂਬਰ ਹਨ। 193 ਰਾਜ ਸੰਯੁਕਤ ਰਾਸ਼ਟਰ ਦੇ ਮੈਂਬਰ ਹਨ, ਇਸ ਲਈ ਇਸ ਘੋਸ਼ਣਾ ਨੂੰ 193 ਰਾਜਾਂ ਦੇ ਉੱਪਰ ਲਾਗੂ ਸਮਝਿਆ ਜਾਂਦਾ ਹੈ। ਪਰੰਤੂ ਜਿਵੇਂ ਕਿ ਆਪਾਂ ਪਹਿਲੇ ਪੁਆਇੰਟ ਤੇ ਗੱਲ ਕੀਤੀ ਹੈ ਕਿ ਇਹ ਕੋਈ ਅੰਤਰਰਾਸ਼ਟਰੀ ਸੰਧੀ ਨਹੀਂ ਹੈ, ਇਸ ਲਈ ਇਸ ਨੂੰ ਕਾਨੂੰਨੀ ਰੂਪ ਦੇ ਵਿੱਚ ਲਾਗੂ ਨਹੀਂ ਸਮਝਿਆ ਜਾਂਦਾ। ਇਸ ਨੂੰ ਸਿਰਫ ਸਿਧਾਂਤਕ ਰੂਪ ਦੇ ਵਿੱਚ ਲਾਗੂ ਸਮਝਿਆ ਜਾਂਦਾ ਹੈ ਕਿ ਹਾਂ ਸਾਰੇ ਰਾਜਾਂ ਦੀ ਇਹ ਜ਼ਿੰਮੇਵਾਰੀ ਹੈ। ਤੇ ਇਸ ਘੋਸ਼ਣਾ ਨੂੰ ਲਾਗੂ ਕਰਵਾਉਣ ਲਈ ਕੋਈ ਕਮੇਟੀ ਕਾਰਜ ਨਹੀਂ ਕਰਦੀ। ਬਾਕੀ ਜਿੰਨੀਆਂ ਵੀ ਅੰਤਰਰਾਸ਼ਟਰੀ ਸੰਧੀਆਂ ਹਨ ਮਨੁੱਖੀ ਅਧਿਕਾਰਾਂ ਨਾਲ ਸੰਬੰਧਿਤ ਸੰਯੁਕਤ ਰਾਸ਼ਟਰ ਦੇ ਅਧੀਨ ਜੋ ਹੋਈਆਂ ਹਨ, 9 ਮੁੱਖ ਸੰਧੀਆਂ ਹਨ, ਹਰ ਕਿਸੇ ਸੰਧੀ ਨੂੰ ਲਾਗੂ ਕਰਾਉਣ ਲਈ ਕੋਈ ਨਾ ਕੋਈ ਟ੍ਰੀਟੀ ਬੋਡੀ ਕੰਮ ਕਰਦੀ ਹੈ, ਪਰੰਤੂ ਇਸ ਸਬੰਧ ਦੇ ਵਿੱਚ ਇਸ ਤਰ੍ਹਾਂ ਦੀ ਕੋਈ ਟ੍ਰੀਟੀ ਬੋਡੀ ਨਹੀਂ ਹੈ ਕਿਉਂਕਿ ਇਹ ਇੱਕ ਸੰਧੀ ਨਹੀਂ ਹੈ, ਇਹ ਸਿਰਫ ਇੱਕ ਡਿਕਲੇਰੇਸ਼ਨ ਹੈ। ਤੇ ਇਸੇ ਲਈ ਜੋ ਮੈਂਬਰ ਰਾਜ ਹਨ ਸੰਯੁਕਤ ਰਾਸ਼ਟਰ ਦੇ, ਉਹ ਇਹਨਾਂ ਅਧਿਕਾਰਾਂ ਨਾਲ ਸੰਬੰਧਿਤ ਕੋਈ ਰਿਪੋਰਟ ਵਗੈਰਾ ਭੇਜਣ ਲਈ ਪਾਬੰਦ ਨਹੀਂ ਹਨ ਕਿਸੇ ਬੋਡੀ ਨੂੰ। ਫਿਰ ਜੋ ਇਹ UDHR ਹੈ, ਮਨੁੱਖੀ ਅਧਿਕਾਰਾਂ ਦੀ ਸਰਵਵਿਆਪੀ ਘੋਸ਼ਣਾ ਹੈ, ਇਹ ਤਾਂ ਸਿਰਫ ਇੱਕ ਡਿਕਲੇਰੇਸ਼ਨ ਹੈ, ਕੋਈ ਸੰਧੀ ਨਹੀਂ ਹੈ। ਕਿਸੇ ਰਾਜ ਦੁਆਰਾ ਇਹਨਾਂ ਨੂੰ ਮਾਨਤਾ ਦੇਣਾ ਨਾ ਦੇਣਾ, ਮੰਨਣਾ ਨਾ ਮੰਨਣਾ, ਅਧਿਕਾਰਾਂ ਨੂੰ ਲਾਗੂ ਕਰਨਾ ਜਾਂ ਨਾ ਕਰਨਾ ਰਾਜਾਂ ਦੀ ਆਪਣੀ ਇੱਛਾ ਤੇ ਨਿਰਭਰ ਕਰਦਾ ਹੈ। ਇਸ ਲਈ ਇਹਨਾਂ ਅਧਿਕਾਰਾਂ ਨੂੰ, ਇਸ ਡਿਕਲੇਰੇਸ਼ਨ ਦੇ ਵਿੱਚ ਸ਼ਾਮਲ ਅਧਿਕਾਰਾਂ ਨੂੰ ਬੰਧਨਕਾਰੀ ਬਣਾਉਣ ਲਈ ਕਿ ਰਾਜ ਇਹਨਾਂ ਦੀ ਪਾਲਣਾ ਕਰਨ, ਸੰਯੁਕਤ ਰਾਸ਼ਟਰ ਨੇ ਬਾਅਦ ਦੇ ਵਿੱਚ ਕੁਝ ਹੋਰ ਸਟੈਪ ਵੀ ਚੁੱਕੇ ਹਨ, ਕੁਝ ਹੋਰ ਸੰਧੀਆਂ ਕੀਤੀਆਂ ਹਨ ਜਿਨ੍ਹਾਂ ਦੇ ਵਿੱਚੋਂ 2 ਮੁੱਖ ਸੰਧੀਆਂ ਨੂੰ ਅਸੀਂ ਇੱਥੇ ਵਿਚਾਰਾਂਗੇ। ਸਭ ਤੋਂ ਪਹਿਲੀ ਹੈ ਆਰਥਿਕ, ਸਮਾਜਿਕ ਅਤੇ ਸੱਭਿਆਚਾਰਕ ਅਧਿਕਾਰਾਂ ਤੇ ਅੰਤਰਰਾਸ਼ਟਰੀ ਪ੍ਰਤਿਗਿਆ ਪੱਤਰ, ਇੰਟਰਨੈਸ਼ਨਲ ਕੋਵੈਨੈਂਟ ਔਨ ਇਕਨੋਮਿਕ, ਸੋਸ਼ਲ ਐਂਡ ਕਲਚਰਲ ਰਾਈਟਸ 1966 ਦੇ ਵਿੱਚ ਇਹ ਪ੍ਰਤਿਗਿਆ ਪੱਤਰ ਹੋਇਆ ਸੀ। ਦੂਸਰਾ ਹੈ ਨਾਗਰਿਕ ਅਤੇ ਰਾਜਨੀਤਿਕ ਅਧਿਕਾਰਾਂ ਤੇ ਅੰਤਰਰਾਸ਼ਟਰੀ ਪ੍ਰਤਿਗਿਆ ਪੱਤਰ, ਇੰਟਰਨੈਸ਼ਨਲ ਕੋਵੈਨੈਂਟ ਔਨ ਸਿਵਲ ਐਂਡ ਪੋਲੀਟੀਕਲ ਰਾਈਟਸ, ਇਹ ਵੀ 1966 ਦੇ ਵਿੱਚ ਹੋਇਆ ਸੀ, ਪਰੰਤੂ 1976 ਦੇ ਵਿੱਚ ਇਹ ਲਾਗੂ ਹੋਇਆ ਸੀ ਜਦੋਂ ਰਿਕੁਆਇਰਡ ਨੰਬਰ ਆਫ ਸਟੇਟਸ ਨੇ ਇਸ ਨੂੰ ਰੈਟੀਫਾਈ ਕਰ ਦਿੱਤਾ ਸੀ। ਤੀਸਰੀ ਸੰਧੀ ਹੈ ਸਭ ਤਰ੍ਹਾਂ ਦੇ ਨਸਲੀ ਵਿਤਕਰੇ ਦੀ ਸਮਾਪਤੀ ਤੇ ਅੰਤਰਰਾਸ਼ਟਰੀ ਸੰਮੇਲਨ। ਇੱਥੇ ਪ੍ਰਤਿਗਿਆ ਪੱਤਰ ਤੇ ਸੰਮੇਲਨ ਦੇ ਸੰਬੰਧ ਦੇ ਵਿੱਚ ਅਸੀਂ ਬਹੁਤਾ ਕਨਫਿਊਜ਼ ਨਹੀਂ ਹੋਣਾ, ਅਸੀਂ ਇਸ ਨੂੰ ਸਾਈਨੋਨਿਮ ਮੰਨ ਕੇ ਚੱਲਣਾ ਹੈ ਕਿਉਂਕਿ ਸੰਯੁਕਤ ਰਾਸ਼ਟਰ ਦੇ ਜੋ ਡਾਕੂਮੈਂਟਸ ਹਨ ਉਹਨਾਂ ਦੇ ਅਨੁਸਾਰ ਸੰਮੇਲਨ ਅਤੇ ਪ੍ਰਤਿਗਿਆ ਪੱਤਰ ਦੇ ਵਿੱਚ ਕੋਈ ਬਹੁਤਾ ਭੇਦ ਨਹੀਂ ਹੈ। ਇਹਨਾਂ ਨੂੰ ਸਾਈਨੋਨਿਮ ਦੇ ਤੌਰ ਤੇ ਹੀ ਵਰਤਿਆ ਗਿਆ ਹੈ। ਕਨਵੈਨਸ਼ਨ ਅਤੇ ਕੋਵੈਨੈਂਟ ਦੇ ਵਿੱਚ ਕੋਈ ਡਿਫਰੈਂਸ਼ੀਏਟ ਬਹੁਤਾ ਨਹੀਂ ਕੀਤਾ ਗਿਆ ਸੰਯੁਕਤ ਰਾਸ਼ਟਰ ਦੇ ਡਾਕੂਮੈਂਟਸ ਦੇ ਵਿੱਚ। ਇਸਤਰੀਆਂ ਵਿਰੁੱਧ ਸਭ ਤਰ੍ਹਾਂ ਦੇ ਵਿਤਕਰੇ ਦੀ ਸਮਾਪਤੀ ਤੇ ਸੰਮੇਲਨ 1979 ਦੇ ਵਿੱਚ ਇਹ ਹੋਇਆ। ਪੰਜਵਾਂ ਹੈ ਤਸੀਹੇ ਅਤੇ ਹੋਰ ਨਿਰਦਈ ਅਤੇ ਅਣਮਨੁੱਖੀ ਜਾਂ ਅਪਮਾਨਜਨਕ ਵਿਵਹਾਰ ਜਾਂ ਸਜ਼ਾ ਦੇ ਵਿਰੁੱਧ ਸੰਮੇਲਨ 1984 ਦੇ ਵਿੱਚ ਹੋਇਆ। ਛੇਵਾਂ ਹੈ ਬੱਚਿਆਂ ਦੇ ਅਧਿਕਾਰਾਂ ਤੇ ਸੰਮੇਲਨ। ਸੱਤਵਾਂ ਹੈ ਸਾਰੇ ਪ੍ਰਵਾਸੀ ਕਾਮਿਆਂ ਅਤੇ ਉਹਨਾਂ ਦੇ ਪਰਿਵਾਰਾਂ ਦੇ ਮੈਂਬਰਾਂ ਦੇ ਅਧਿਕਾਰਾਂ ਦੀ ਸੁਰੱਖਿਆ ਤੇ ਅੰਤਰਰਾਸ਼ਟਰੀ ਕਨਵੈਨਸ਼ਨ। ਅੱਠਵਾਂ ਹੈ ਸਾਰੇ ਵਿਅਕਤੀਆਂ ਦੇ ਧੱਕੇ ਨਾਲ ਗਾਇਬ ਕੀਤੇ ਜਾਣ ਵਿਰੁੱਧ ਸੁਰੱਖਿਆ ਤੇ ਅੰਤਰਰਾਸ਼ਟਰੀ ਸੰਮੇਲਨ। ਨੌਵਾਂ ਹੈ ਅੰਗਹੀਣ ਵਿਅਕਤੀਆਂ ਦੇ ਅਧਿਕਾਰਾਂ ਤੇ ਸੰਮੇਲਨ। ਇਹ ਸਾਰੇ ਹੀ ਜੋ ਸੰਮੇਲਨ ਜਾਂ ਸੰਧੀਆਂ ਹਨ ਇਹ ਉਹਨਾਂ ਰਾਜਾਂ ਤੇ ਲਾਗੂ ਹੁੰਦੀਆਂ ਹਨ ਜਿਹੜੇ ਰਾਜਾਂ ਨੇ ਇਹਨਾਂ ਸੰਧੀਆਂ ਜਾਂ ਸੰਮੇਲਨਾਂ ਨੂੰ ਰੇਟੀਫਾਈ ਕੀਤਾ ਹੈ, ਇਹਨਾਂ ਦੀ ਪੁਸ਼ਟੀ ਕੀਤੀ ਹੈ। ਅਸੀਂ ਇੱਥੇ ਇਹਨਾਂ ਸਾਰੇ ਸੰਮੇਲਨਾਂ ਜਾਂ ਸਾਰੇ ਪ੍ਰਤਿਗਿਆ ਪੱਤਰਾਂ ਤੇ ਚਰਚਾ ਨਹੀਂ ਕਰਾਂਗੇ। ਅਸੀਂ ਜਿਹੜੇ 2 ਮੁੱਖ ਪ੍ਰਤਿਗਿਆ ਪੱਤਰ ਹਨ ਜਿਹੜੇ ਜਨਰਲ ਕਿਸਮ ਦੇ ਹਨ, ਭਾਵ ਸਾਰੇ ਲੋਕਾਂ ਤੇ ਲਾਗੂ ਹੁੰਦੇ ਹਨ, ਇਕੱਲੇ ਇਸਤਰੀਆਂ, ਬੱਚਿਆਂ ਜਾਂ ਅੰਗਹੀਣਾਂ ਤੇ ਲਾਗੂ ਨਹੀਂ ਹੁੰਦੇ, ਉਹਨਾਂ ਤੇ ਹੀ ਚਰਚਾ ਕਰਾਂਗੇ। ਉਹਨਾਂ ਦੇ ਵਿੱਚੋਂ ਪਹਿਲਾ ਹੈ ਆਰਥਿਕ, ਸਮਾਜਿਕ ਅਤੇ ਸੱਭਿਆਚਾਰਕ ਅਧਿਕਾਰਾਂ ਦਾ ਅੰਤਰਰਾਸ਼ਟਰੀ ਪ੍ਰਤਿਗਿਆ ਪੱਤਰ ICESCR। ਇਸ ਪ੍ਰਤਿਗਿਆ ਪੱਤਰ ਤੇ ਯੂਨਾਈਟਿਡ ਨੇਸ਼ਨ ਦੀ ਜੋ ਜਨਰਲ ਅਸੈਂਬਲੀ ਹੈ, ਮਹਾਸਭਾ ਹੈ, ਇਸ ਨੇ 16 ਦਸੰਬਰ 1966 ਨੂੰ ਆਪਣੀ ਪ੍ਰਵਾਨਗੀ ਦੇ ਦਿੱਤੀ ਸੀ ਅਤੇ ਰਾਜਾਂ ਦੁਆਰਾ ਹਸਤਾਖਰ ਕੀਤੇ ਜਾਣ ਲਈ, ਰੈਟੀਫਾਈ ਕੀਤੇ ਜਾਣ ਲਈ ਇਸ ਨੂੰ ਖੋਲ੍ਹ ਦਿੱਤਾ ਗਿਆ ਸੀ। ਇਸ ਪ੍ਰਤਿਗਿਆ ਪੱਤਰ ਤੇ ਕੇਵਲ ਹਸਤਾਖਰ ਕਰਕੇ ਨਹੀਂ ਇਸ ਕਿਸੇ ਰਾਜ ਨੂੰ ਮੈਂਬਰ ਸਟੇਟ ਕਿਹਾ ਜਾਂਦਾ ਜਾਂ ਸਟੇਟ ਪਾਰਟੀ ਕਿਹਾ ਜਾਂਦਾ। ਜਦੋਂ ਸੰਬੰਧਿਤ ਸਟੇਟ ਇਸ ਦੀ ਪੁਸ਼ਟੀ ਕਰ ਦਿੰਦਾ ਹੈ, ਆਪਣੇ ਵਿਧਾਨ ਮੰਡਲ ਦੁਆਰਾ ਰੈਟੀਫਾਈ ਕਰ ਦਿੰਦਾ ਹੈ, ਉਦੋਂ ਉਸ ਕਿਸੇ ਰਾਜ ਨੂੰ ਇਸ ਪ੍ਰਤਿਗਿਆ ਪੱਤਰ ਦਾ ਮੈਂਬਰ ਸਟੇਟ ਜਾਂ ਸਟੇਟ ਪਾਰਟੀ ਮੰਨਿਆ ਜਾਂਦਾ ਹੈ। ਇਸ ਵਿੱਚ ਜਿਵੇਂ ਸਾਨੂੰ ਹੈਡਿੰਗ ਤੋਂ ਹੀ ਉੱਪਰ ਦਿਖਾਈ ਦਿੰਦਾ ਹੈ, ਆਰਥਿਕ, ਸਮਾਜਿਕ ਅਤੇ ਸੱਭਿਆਚਾਰਕ ਅਧਿਕਾਰ ਸ਼ਾਮਲ ਕੀਤੇ ਗਏ ਹਨ। ਸਭ ਤੋਂ ਪਹਿਲਾਂ ਹੈ ਆਤਮ ਨਿਰਣੇ ਦਾ ਅਧਿਕਾਰ ਕਿ ਹਰ ਕਿਸਮ ਦੇ ਲੋਕਾਂ ਨੂੰ, ਹਰ ਕੌਮ ਨੂੰ ਆਪਣਾ
ਆਤਮ ਨਿਰਣੇ ਦਾ ਅਧਿਕਾਰ ਹੋਵੇਗਾ ਕਿ ਅਸੀਂ ਕਿਸ ਤਰ੍ਹਾਂ ਦੇ ਸਮਾਜਿਕ ਆਰਥਿਕ ਜੀਵਨ ਦੇ ਵਿੱਚ ਰਹਿਣਾ ਹੈ, ਕਿਸ ਤਰ੍ਹਾਂ ਦੇ ਸੱਭਿਆਚਾਰਕ ਜੀਵਨ ਦੇ ਵਿੱਚ ਰਹਿਣਾ ਹੈ। ਕੋਈ ਕੌਮ ਕਿਸੇ ਦੂਸਰੀ ਕੌਮ ਤੇ ਆਪਣੇ ਰੀਤੀ ਰਿਵਾਜ ਇਨਫੋਰਸ ਨਹੀਂ ਕਰ ਸਕਦੀ। ਦੂਸਰਾ ਅਧਿਕਾਰ ਹੈ, ਇਹਨਾਂ ਅਧਿਕਾਰਾਂ ਨੂੰ ਬਿਨਾਂ ਕਿਸੇ ਭੇਦਭਾਵ ਦੇ ਪ੍ਰਦਾਨ ਕੀਤਾ ਜਾਵੇਗਾ। ਜਿਹੜਾ ਵੀ ਮੈਂਬਰ ਸਟੇਟ ਹੁੰਦਾ ਹੈ ਉਹ ਇਹਨਾਂ ਨੂੰ ਬਿਨਾਂ ਰੰਗ, ਨਸਲ, ਜੈਂਡਰ ਦੇ ਕਿਸੇ ਡਿਸਕ੍ਰਿਮੀਨੇਸ਼ਨ ਤੋਂ ਸਾਰੇ ਆਪਣੇ ਨਾਗਰਿਕਾਂ ਨੂੰ ਪ੍ਰਦਾਨ ਕਰਨ ਲਈ ਵਚਨਬੱਧ ਹੁੰਦਾ ਹੈ। ਤੀਸਰਾ ਅਧਿਕਾਰ ਹੈ, ਇਸਤਰੀ ਅਤੇ ਪੁਰਸ਼ ਦੇ ਅਧਿਕਾਰ ਵੀ ਸਮਾਨ ਹੋਣਗੇ, ਉਹਨਾਂ ਦੇ ਵਿੱਚ ਕੋਈ ਡਿਫਰੈਂਸ਼ੀਏਟ ਨਹੀਂ ਕੀਤਾ ਜਾਵੇਗਾ। ਚੌਥਾ ਅਧਿਕਾਰ ਹੈ, ਉਚਿਤ ਮਿਹਨਤਾਨਾ ਮਿਲੇਗਾ ਹਰ ਵਿਅਕਤੀ ਨੂੰ ਆਪਣੇ ਕੰਮ ਦੇ ਬਦਲੇ। ਭਾਵ ਜੋ ਮਿਹਨਤਾਨਾ ਹੈ ਉਹ ਮਾਰਕੀਟ ਫੋਰਸਿਸ ਤੇ ਨਹੀਂ ਛੱਡਿਆ ਜਾਵੇਗਾ, ਸਰਕਾਰ ਇਸ ਨੂੰ ਰੈਗੂਲੇਟ ਕਰੇਗੀ। ਕੰਮ ਕਰਨ ਵਾਲੇ ਵਿਅਕਤੀਆਂ ਨੂੰ, ਮੁਲਾਜ਼ਮਾਂ ਨੂੰ ਆਰਾਮ ਦਾ ਅਧਿਕਾਰ ਹੋਵੇਗਾ, ਨਿਸ਼ਚਿਤ ਛੁੱਟੀਆਂ ਦਾ ਅਧਿਕਾਰ ਹੋਵੇਗਾ। ਮਜ਼ਦੂਰਾਂ ਨੂੰ ਜਾਂ ਕਿਸੇ ਵੀ ਖੇਤਰ ਦੇ ਵਿੱਚ ਕੰਮ ਕਰਨ ਵਾਲੇ ਵਿਅਕਤੀਆਂ ਨੂੰ ਯੂਨੀਅਨਾਂ ਜਾਂ ਟ੍ਰੇਡ ਯੂਨੀਅਨਾਂ ਬਣਾਉਣ ਦਾ ਅਧਿਕਾਰ ਹੋਵੇਗਾ ਅਤੇ ਕਿਸੇ ਵਿਅਕਤੀ ਨੂੰ ਟ੍ਰੇਡ ਯੂਨੀਅਨ ਦਾ ਮੈਂਬਰ ਬਣਨ ਵਾਸਤੇ ਮਜਬੂਰ ਵੀ ਨਹੀਂ ਕੀਤਾ ਜਾ ਸਕਦਾ ਅਤੇ ਸਟੇਟ ਟ੍ਰੇਡ ਯੂਨੀਅਨਾਂ ਬਣਾਉਣ ਤੇ ਪਾਬੰਦੀ ਵੀ ਨਹੀਂ ਲਾ ਸਕਦੀ। ਛੇਵਾਂ ਅਧਿਕਾਰ ਹੈ, ਸਮਾਜਿਕ ਸੁਰੱਖਿਆ ਦਾ ਅਧਿਕਾਰ, ਕਿ ਜਿਹੜਾ ਵਿਅਕਤੀ ਆਪਣੀਆਂ ਮੌਲਿਕ ਜ਼ਰੂਰਤਾਂ ਪੂਰੀਆਂ ਨਹੀਂ ਕਰ ਸਕਦਾ ਉਸ ਦੀਆਂ ਮੌਲਿਕ ਜ਼ਰੂਰਤਾਂ ਪੂਰੀਆਂ ਕੀਤੇ ਜਾਣ ਦੀ ਜ਼ਿੰਮੇਵਾਰੀ ਸਟੇਟ ਦੀ ਹੋਵੇਗੀ। ਸੱਤਵਾਂ ਇੱਥੇ ਅਧਿਕਾਰ ਗਿਣਿਆ ਜਾ ਸਕਦਾ ਹੈ, ਵਿਆਹ ਸੰਬੰਧੀ ਸੁਤੰਤਰਤਾ। ਇਸ ਵਿੱਚ ਕਿਹਾ ਗਿਆ ਹੈ ਕਿ ਵਿਆਹ ਜਿਸ ਜੋੜੇ ਦਾ ਹੋ ਰਿਹਾ ਹੈ ਉਸ ਇਸਤਰੀ ਅਤੇ ਪੁਰਸ਼ ਦੀ ਸਹਿਮਤੀ ਤੋਂ ਬਿਨਾਂ ਕਿਸੇ ਦਾ ਵਿਆਹ ਨਹੀਂ ਕੀਤਾ ਜਾ ਸਕਦਾ, ਉਹਨਾਂ ਦੀ ਸਹਿਮਤੀ ਦੇ ਨਾਲ ਹੀ ਵਿਆਹ ਹੋ ਸਕਦਾ ਹੈ। ਸਿਹਤ ਸੁਰੱਖਿਆ ਸੰਬੰਧੀ ਕਿਹਾ ਗਿਆ ਹੈ ਇਸ ਕੋਵੈਨੈਂਟ ਦੇ ਵਿੱਚ ਕਿ ਮੌਲਿਕ ਸਿਹਤ ਸਹੂਲਤਾਂ ਸਾਰੇ ਵਿਅਕਤੀਆਂ ਨੂੰ ਦੇਣੀਆਂ ਮੈਂਬਰ ਸਟੇਟਸ ਦੀ ਜ਼ਿੰਮੇਵਾਰੀ ਹੋਵੇਗੀ ਅਤੇ ਬਿਮਾਰੀਆਂ ਤੋਂ, ਵਿਸ਼ੇਸ਼ ਕਰਕੇ ਵੱਡੇ ਪੱਧਰ ਤੇ ਫੈਲਣ ਵਾਲੀਆਂ ਬਿਮਾਰੀਆਂ ਤੋਂ ਬਚਾਅ ਰੱਖਣਾ ਆਪਣੇ ਨਾਗਰਿਕਾਂ ਦਾ ਮੈਂਬਰ ਸਟੇਟਾਂ ਦੀ ਜ਼ਿੰਮੇਵਾਰੀ ਹੋਵੇਗੀ। ਸਿੱਖਿਆ ਸੰਬੰਧੀ ਕਿਹਾ ਗਿਆ ਹੈ ਕਿ ਐਲੀਮੈਂਟਰੀ ਐਜੂਕੇਸ਼ਨ ਦੇਣਾ ਹਰੇਕ ਸਟੇਟ ਦੀ ਜ਼ਿੰਮੇਵਾਰੀ ਹੋਵੇਗੀ। ਇਹ ਐਜੂਕੇਸ਼ਨ ਫ੍ਰੀ ਤੇ ਕੰਪਲਸਰੀ ਹੋਵੇਗੀ ਅਤੇ ਹਾਇਰ ਐਜੂਕੇਸ਼ਨ ਵੀ ਇੰਨੀ ਮਹਿੰਗੀ ਨਹੀਂ ਹੋਵੇਗੀ ਕਿ ਉਹ ਕੁਝ ਲੋਕਾਂ ਦੀ ਪਹੁੰਚ ਵਿੱਚ ਹੋਵੇ, ਉਹ ਵੀ ਆਮ ਲੋਕਾਂ ਦੀ ਪਹੁੰਚ ਵਿੱਚ ਹੋਵੇਗੀ। 10ਵਾਂ ਇੱਥੇ ਗਿਣਿਆ ਜਾ ਸਕਦਾ ਹੈ, ਰਾਜ ਦੇ, ਸਮਾਜ ਦੇ ਸੱਭਿਆਚਾਰਕ ਜੀਵਨ ਵਿੱਚ ਭਾਗ ਲੈਣ ਦਾ ਅਧਿਕਾਰ। ਇਸ ਅਧਿਕਾਰ ਦੇ ਨਾਲ ਇੱਕ ਅਧਿਕਾਰ ਜੋੜਿਆ ਗਿਆ ਹੈ ਬੌਧਿਕ ਸੰਪਤੀ ਕ੍ਰੀਏਟ ਕਰਨ ਦਾ ਅਤੇ ਉਸ 'ਤੇ ਆਪਣਾ ਹੱਕ ਰੱਖਣ ਦਾ ਅਧਿਕਾਰ। ਬੌਧਿਕ ਸੰਪਤੀ ਅਸੀਂ ਉਸ ਸੰਪਤੀ ਨੂੰ ਕਹਿੰਦੇ ਹਾਂ ਜਿਸ ਤਰ੍ਹਾਂ ਜਿਵੇਂ ਕੋਈ ਫਿਲਮ ਬਣਾਉਂਦਾ ਹੈ, ਗੀਤ ਬਣਾਉਂਦਾ ਹੈ, ਕੋਈ ਵਿਅਕਤੀ ਖੋਜ ਕਰਦਾ ਹੈ ਕਿ ਜਿਸ ਵਿਅਕਤੀ ਨੇ ਉਹ ਸੰਪਤੀ ਕ੍ਰੀਏਟ ਕੀਤੀ ਹੈ ਉਸ ਸੰਪਤੀ ਨੂੰ ਉਸ ਵਿਅਕਤੀ ਦੀ ਸਹਿਮਤੀ ਨਾਲ ਹੀ ਨਿਸ਼ਚਿਤ ਫੀਸ ਦੇ ਕੇ ਹੀ ਵਰਤਿਆ ਜਾ ਸਕਦਾ ਹੈ, ਉਸ ਵਿਅਕਤੀ ਦੀ ਸਹਿਮਤੀ ਤੋਂ ਬਿਨਾਂ ਨਹੀਂ ਵਰਤਿਆ ਜਾਵੇਗਾ। ਇਸ ਨੂੰ ਅਸੀਂ ਇੰਟੈਲੈਕਚੁਅਲ ਪ੍ਰਾਪਰਟੀ ਰਾਈਟ ਕਹਿੰਦੇ ਹਾਂ ਕਿਉਂਕਿ ਇਹ ਇੱਕ ਕੋਵੈਨੈਂਟ ਹੈ, ਇਹ ਇੱਕ ਪ੍ਰਤਿਗਿਆ ਪੱਤਰ ਹੈ। ਇਸ ਲਈ ਜਿਹੜਾ ਰਾਜ ਇਸ ਦੀ ਇੱਕ ਪਾਰਟੀ ਬਣਦਾ ਹੈ, ਧਿਰ ਬਣਦਾ ਹੈ ਇਸ ਪ੍ਰਤਿਗਿਆ ਪੱਤਰ ਦੇ ਵਿੱਚ, ਉਸ ਰਾਜ ਲਈ ਜ਼ਰੂਰੀ ਹੈ ਕਿ ਉਹ ਨਿਸ਼ਚਿਤ ਸਮੇਂ ਤੇ ਰਿਪੋਰਟਾਂ ਭੇਜਦਾ ਰਹੇ ਕਿ ਸਾਡੇ ਦੇਸ਼ ਦੇ ਵਿੱਚ ਇਸ ਸਮੇਂ ਇਹਨਾਂ ਅਧਿਕਾਰਾਂ ਨਾਲ ਸੰਬੰਧਿਤ ਕੀ ਸਥਿਤੀ ਹੈ। ਇਹ ਰਿਪੋਰਟਾਂ ਨੇ ਜਿਹੜੀਆਂ ਉਹ ਆਰਥਿਕ, ਸਮਾਜਿਕ ਅਤੇ ਸੱਭਿਆਚਾਰਕ ਅਧਿਕਾਰ ਕਮੇਟੀ CESCR ਨੂੰ ਭੇਜੀਆਂ ਜਾਂਦੀਆਂ ਹਨ। ਇਹ ਜੋ ਪ੍ਰਤਿਗਿਆ ਪੱਤਰ ਹੈ ਇਸ ਨੂੰ ਹੋਰ ਪ੍ਰਭਾਵਸ਼ਾਲੀ ਬਣਾਉਣ ਲਈ ਇੱਕ ਪ੍ਰੋਟੋਕੋਲ ਅਪਰੂਵ ਕੀਤਾ ਗਿਆ ਸੀ 2008 ਦੇ ਵਿੱਚ ਯੂਨਾਈਟਿਡ ਨੇਸ਼ਨ ਜਨਰਲ ਅਸੈਂਬਲੀ ਦੁਆਰਾ। ਪ੍ਰੋਟੋਕੋਲ ਅਸੀਂ ਉਸ ਡਾਕੂਮੈਂਟ ਨੂੰ ਕਹਿੰਦੇ ਹਾਂ ਜਿਹੜਾ ਕਿਸੇ ਸੰਧੀ ਸਮਝੌਤੇ ਨੂੰ ਹੋਰ ਸਪੋਰਟ ਕਰਦਾ ਹੈ, ਉਸ ਦੇ ਵਿੱਚ ਕੁਝ ਐਡੀਸ਼ਨ ਕਰਦਾ ਹੈ। ਇਸ ਨੂੰ ਅਸੀਂ ਵਿਕਲਪਿਕ ਪ੍ਰੋਟੋਕੋਲ ਜਾਂ ਆਪਸ਼ਨਲ ਪ੍ਰੋਟੋਕੋਲ ਇਸ ਲਈ ਕਹਿੰਦੇ ਹਾਂ ਕਿ ਜਿਹੜੇ ਰਾਜ ਇਸ ਪ੍ਰਤਿਗਿਆ ਪੱਤਰ ਦੇ ਮੈਂਬਰ ਹਨ ਉਹਨਾਂ ਲਈ ਇਹ ਇੱਛੁਕ ਹੈ, ਆਪਸ਼ਨਲ ਹੈ ਕਿ ਜੇ ਉਹ ਚਾਹੁਣ ਤਾਂ ਉਹ ਇਸ ਆਪਸ਼ਨਲ ਪ੍ਰੋਟੋਕੋਲ 'ਤੇ ਹਸਤਾਖਰ ਕਰਕੇ ਇਸ ਦੇ ਮੈਂਬਰ ਬਣ ਸਕਦੇ ਹਨ। ਜੇ ਕੋਈ ਰਾਜ ਇਸ ਆਪਸ਼ਨਲ ਪ੍ਰੋਟੋਕੋਲ 'ਤੇ ਸਾਈਨ ਕਰ ਦਿੰਦਾ ਹੈ ਤਾਂ ਉਸ ਰਾਜ ਦੇ ਨਾਗਰਿਕਾਂ ਨੂੰ ਇਹ ਅਧਿਕਾਰ ਮਿਲ ਜਾਂਦਾ ਹੈ ਕਿ ਉਹ ਕੇਵਲ ਸਰਕਾਰ ਰਿਪੋਰਟ ਨਹੀਂ ਭੇਜੇਗੀ। ਇਹ ਜਿਹੜੀ ਰਿਪੋਰਟ ਭੇਜੀ ਜਾਣੀ ਹੈ ਆਰਥਿਕ, ਸਮਾਜਿਕ ਅਤੇ ਸੱਭਿਆਚਾਰਕ ਅਧਿਕਾਰ ਕਮੇਟੀ ਕੋਲ, ਕੇਵਲ ਸਰਕਾਰ ਕੋਲ ਹੀ ਇੱਕ ਅਧਿਕਾਰ ਮੋਨੋਪੋਲੀ ਨਹੀਂ ਹੋਵੇਗੀ ਰਿਪੋਰਟ ਭੇਜਣ ਦੀ। ਜੇ ਕਿਸੇ ਵਿਅਕਤੀ ਨੂੰ ਲੱਗਦਾ ਹੈ ਕਿ ਮੇਰੇ ਕਿਸੇ ਐਸੇ ਅਧਿਕਾਰ ਦੀ ਉਲੰਘਣਾ ਹੋ ਰਹੀ ਹੈ ਜਿਹੜਾ ਅਧਿਕਾਰ ਇਸ ਪ੍ਰਤਿਗਿਆ ਪੱਤਰ 'ਚ ਦਿੱਤਾ ਗਿਆ ਹੈ ਤਾਂ ਉਹ ਵਿਅਕਤੀ ਸਿੱਧੇ ਤੌਰ 'ਤੇ ਵੀ ਇਸ ਕੌਂਸਲ ਨੂੰ, ਇਸ ਅਧਿਕਾਰ ਕਮੇਟੀ ਨੂੰ ਆਪਣੀ ਸ਼ਿਕਾਇਤ ਭੇਜ ਸਕਦਾ ਹੈ। ਪਰੰਤੂ ਉਹ ਤਾਂ ਹੀ ਭੇਜ ਸਕਦਾ ਹੈ ਜੋ ਇਸ ਤਰ੍ਹਾਂ ਦੇ ਰਾਜ ਦੇ ਵਿੱਚ ਰਹਿੰਦਾ ਹੈ ਜਿਸ ਰਾਜ ਨੇ ਇਸ ਵਿਕਲਪਿਕ ਪ੍ਰੋਟੋਕੋਲ ਤੇ, ਆਪਸ਼ਨਲ ਪ੍ਰੋਟੋਕੋਲ ਤੇ ਆਪਣੇ ਹਸਤਾਖਰ ਕੀਤੇ ਹੋ। ਦੂਸਰਾ ਮੁੱਖ ਸਟੈਪ ਹੈ ਇਸ ਦਿਸ਼ਾ ਦੇ ਵਿੱਚ ਨਾਗਰਿਕ ਅਤੇ ਰਾਜਨੀਤਿਕ ਅਧਿਕਾਰਾਂ ਸੰਬੰਧੀ ਪ੍ਰਤਿਗਿਆ ਪੱਤਰ। ਇਹ ਜੋ UDHR ਦੇ ਅਧਿਕਾਰ ਸੀ, 30 ਅਧਿਕਾਰ ਸੀ, ਉਹਨਾਂ ਨੂੰ ਦੋ ਹਿੱਸਿਆਂ ਦੇ ਵਿੱਚ ਅਸੀਂ ਕਹਿ ਸਕਦੇ ਹਾਂ ਵੰਡਿਆ ਗਿਆ ਹੈ। ਆਰਥਿਕ, ਸਮਾਜਿਕ ਅਤੇ ਸੱਭਿਆਚਾਰਕ ਅਧਿਕਾਰ ਇੱਕ ਹਿੱਸੇ ਵਿੱਚ ਰੱਖੇ ਗਏ ਹਨ ਅਤੇ ਨਾਗਰਿਕ ਅਤੇ ਰਾਜਨੀਤਿਕ ਅਧਿਕਾਰ ਦੂਸਰੇ ਹਿੱਸੇ ਵਿੱਚ ਰੱਖੇ ਗਏ ਹਨ।
ਇਹ ਜੋ UDHR ਜੋ ਪਹਿਲੀ ਡਿਕਲੇਰੇਸ਼ਨ ਸੀ ਉਹਨਾਂ ਹੀ ਅਧਿਕਾਰਾਂ ਦਾ ਇੱਕ ਤਰ੍ਹਾਂ ਦਾ ਵਰਗੀਕਰਨ ਦਾ ਦੂਸਰਾ ਪਾਰਟ ਹੈ। ਯੂਨਾਈਟਿਡ ਨੇਸ਼ਨ ਦੀ ਜਨਰਲ ਅਸੈਂਬਲੀ ਦੁਆਰਾ ਇਸ ਪ੍ਰਤੀਗਿਆ ਪੱਤਰ ਨੂੰ ਆਪਣੀ ਪ੍ਰਵਾਨਗੀ ਪਹਿਲੇ ਪ੍ਰਤੀਗਿਆ ਪੱਤਰ ਵਾਲੇ ਦਿਨ 16 ਦਸੰਬਰ 1966 ਨੂੰ ਦਿੱਤੀ ਗਈ ਸੀ, ਪਰੰਤੂ ਜੋ ਕੰਡੀਸ਼ਨ ਸੀ ਇਸ ਦੇ ਲਾਗੂ ਹੋਣ ਦੀ ਕਿ 35 ਜਦੋਂ ਸਟੇਟਸ ਰੈਟੀਫਾਈ ਕਰ ਦੇਣਗੇ ਉਦੋਂ ਲਾਗੂ ਹੋਵੇਗਾ, ਤਾਂ ਇਹ 35 ਸਟੇਟਾਂ ਦੇ ਰੈਟੀਫਾਈ ਕਰਨ ਤੋਂ ਬਾਅਦ 23 ਮਾਰਚ 1976 ਨੂੰ ਲਾਗੂ ਹੋਇਆ। ਇਸ ਕੋਵੇਨੈਂਟ ਦੇ ਵਿੱਚ, ਇਸ ਪ੍ਰਤੀਗਿਆ ਪੱਤਰ ਦੇ ਵਿੱਚ ਜੋ ਮੁੱਖ ਅਧਿਕਾਰ ਦਿੱਤੇ ਗਏ ਹਨ ਉਹ ਹਨ ਸਵੈ ਨਿਰਣੇ ਦਾ ਅਧਿਕਾਰ, ਤੇ ਕਿਹਾ ਗਿਆ ਹੈ ਕਿ ਇਹ ਅਧਿਕਾਰ ਨੇ ਜਿਹੜੇ ਮੈਂਬਰ ਰਾਜਾਂ ਦੁਆਰਾ ਬਿਨਾਂ ਕਿਸੇ ਭੇਦਭਾਵ ਦੇ ਆਪਣੇ ਰਾਜ ਦੇ ਵਿੱਚ ਰਹਿਣ ਵਾਲੇ ਸਾਰੇ ਲੋਕਾਂ ਨੂੰ ਪ੍ਰਦਾਨ ਕੀਤੇ ਜਾਣਗੇ। ਇਹ ਅਧਿਕਾਰ ਇਸਤਰੀ ਪੁਰਸ਼ ਲਈ ਸਮਾਨ ਹੋਣਗੇ। ਇਹ ਜੋ ਅਧਿਕਾਰ ਨੇ ਇਹਨਾਂ ਦੇ ਵਿੱਚ ਅਸੀਂ ਕਹਿ ਸਕਦੇ ਹਾਂ ਇੱਕ ਬਹੁਤ ਮਹੱਤਵਪੂਰਨ ਅਧਿਕਾਰ ਦੀ ਨੂੰ ਮਾਨਤਾ ਦਿੱਤੀ ਗਈ ਹੈ, ਰਾਈਟ ਟੂ ਲਾਈਫ, ਜੀਵਨ ਦਾ ਅਧਿਕਾਰ। ਤੇ ਇੱਥੇ ਮੌਤ ਦੀ ਸਜ਼ਾ ਦੀ ਮਨਾਹੀ ਨਹੀਂ ਕੀਤੀ ਗਈ, ਪਰੰਤੂ ਇਹ ਕਿਹਾ ਗਿਆ ਕਿ ਮੌਤ ਦੀ ਸਜ਼ਾ ਕੇਵਲ ਬਹੁਤ ਹੀ ਗੰਭੀਰ ਕੇਸਾਂ ਦੇ ਵਿੱਚ ਹੀ ਦਿੱਤੀ ਜਾ ਸਕੇਗੀ। ਇਹ ਜੋ ਪ੍ਰਤੀਗਿਆ ਪੱਤਰ ਹੈ ਇਹ ਤਸੀਹੇ ਤੇ ਅਣਮਨੁੱਖੀ ਵਿਵਹਾਰ ਦੀ ਮਨਾਹੀ ਕਰਦਾ ਹੈ, ਹਰ ਤਰ੍ਹਾਂ ਦੀ ਗੁਲਾਮੀ ਦੀ ਮਨਾਹੀ ਕਰਦਾ ਹੈ, ਗੁਲਾਮਾਂ ਦੇ ਵਪਾਰ ਦੀ ਮਨਾਹੀ ਕਰਦਾ ਹੈ, ਮਨਮਰਜ਼ੀ ਦੀ ਗ੍ਰਿਫਤਾਰੀ ਦੇ ਵਿਰੁੱਧ ਸੁਰੱਖਿਆ ਦਿੰਦਾ ਹੈ ਕਿ ਕਿਸੇ ਵਿਅਕਤੀ ਨੂੰ ਉਦੋਂ ਹੀ ਗ੍ਰਿਫਤਾਰ ਕੀਤਾ ਜਾ ਸਕਦਾ ਹੈ ਜਦੋਂ ਵਿਅਕਤੀ ਨੇ ਕੋਈ ਕਾਨੂੰਨ ਤੋੜਿਆ ਹੋਵੇ ਜਿਹੜਾ ਉਸ ਸਮੇਂ ਐਗਜ਼ਿਸਟੈਂਸ ਦੇ ਵਿੱਚ ਹੋਵੇ, ਜਦੋਂ ਕੋਈ ਐਕਟ ਕੀਤਾ ਗਿਆ ਹੈ ਜਿਸ ਦੇ ਆਧਾਰ ਤੇ ਗ੍ਰਿਫਤਾਰ ਕੀਤਾ ਜਾ ਰਿਹਾ ਹੈ। ਇਹ ਜੋ ਪ੍ਰਤੀਗਿਆ ਪੱਤਰ ਹੈ ਇਹ ਮੈਂਬਰ ਰਾਜਾਂ ਦੇ ਵਿੱਚ ਰਹਿਣ ਵਾਲੇ ਵਿਅਕਤੀਆਂ ਨੂੰ ਪੂਰੇ ਦੇਸ਼ ਦੇ ਵਿੱਚ ਘੁੰਮਣ ਫਿਰਨ ਦਾ ਅਧਿਕਾਰ ਦਿੰਦਾ ਹੈ, ਕਿਤੇ ਵੀ ਆਪਣਾ ਨਿਵਾਸ ਸਥਾਨ ਬਣਾਉਣ ਦਾ ਅਧਿਕਾਰ ਦਿੰਦਾ ਹੈ ਅਤੇ ਕਿਸੇ ਵੀ ਦੇਸ਼ ਨੂੰ ਛੱਡਣ ਦਾ ਅਧਿਕਾਰ ਦਿੰਦਾ ਹੈ, ਇੱਥੋਂ ਤੱਕ ਕਿ ਆਪਣੇ ਦੇਸ਼ ਨੂੰ ਵੀ ਛੱਡਣ ਦਾ ਅਧਿਕਾਰ ਦਿੰਦਾ ਹੈ। ਇਹ ਕਾਨੂੰਨ ਸਾਹਮਣੇ ਸਮਾਨਤਾ ਪ੍ਰਦਾਨ ਕਰਦਾ ਹੈ ਅਤੇ ਮੁਕੱਦਮਿਆਂ ਦੀ ਸੁਣਵਾਈ ਸੰਬੰਧੀ ਅਧਿਕਾਰ ਦਿੰਦਾ ਹੈ। ਜਿਵੇਂ ਮੁਕੱਦਮਿਆਂ ਦੀ ਸੁਣਵਾਈ ਸੰਬੰਧੀ ਅਧਿਕਾਰ ਹੈ ਕਿ ਹਰ ਵਿਅਕਤੀ ਨੂੰ ਸਪੀਡੀ ਟ੍ਰਾਇਲ ਦਾ ਅਧਿਕਾਰ ਹੈ ਕਿ ਮੁਕੱਦਮੇ ਦੀ ਸੁਣਵਾਈ ਸਮੇਂ ਸਿਰ ਹੋਵੇ ਅਤੇ ਕਿਸੇ ਵਿਅਕਤੀ ਨੂੰ ਉਨਾ ਚਿਰ ਦੋਸ਼ੀ ਨਹੀਂ ਮੰਨਿਆ ਜਾ ਸਕਦਾ, ਉਨਾ ਚਿਰ ਅਪਰਾਧੀ ਨਹੀਂ ਮੰਨਿਆ ਜਾ ਸਕਦਾ ਜਿੰਨਾ ਚਿਰ ਅਪਰਾਧ ਅਦਾਲਤ ਦੇ ਵਿੱਚ ਸਿੱਧ ਨਾ ਹੋ ਗਿਆ ਹੋਵੇ। ਇਸ ਪ੍ਰਤੀਗਿਆ ਪੱਤਰ ਦੇ ਅਨੁਸਾਰ ਸਿਰਫ ਉਸ ਕੰਮ ਨੂੰ ਹੀ ਗੈਰ ਕਾਨੂੰਨੀ ਮੰਨਿਆ ਜਾ ਸਕਦਾ ਹੈ, ਭਾਵ ਉਸ ਕੰਮ ਸੰਬੰਧੀ ਹੀ ਕਿਹਾ ਜਾ ਸਕਦਾ ਹੈ ਕਿ ਇਸ ਵਿਅਕਤੀ ਨੇ ਇਹ ਕੰਮ ਕਰਕੇ ਕਾਨੂੰਨ ਤੋੜਿਆ ਹੈ ਜੇ ਜਦੋਂ ਵਿਅਕਤੀ ਨੇ ਉਹ ਕੰਮ ਕੀਤਾ ਹੈ ਉਸ ਸਮੇਂ ਉਹ ਕੰਮ ਜੋ ਹੈ ਉਹ ਗੈਰ ਕਾਨੂੰਨੀ ਐਲਾਨ ਕੀਤਾ ਹੋਇਆ ਹੋਵੇ, ਭਾਵ ਕਿਸੇ ਅਪਰਾਧਿਕ ਕਾਨੂੰਨ ਨੂੰ ਰੈਟਰੋਸਪੈਕਟਿਵ ਇਫੈਕਟ ਨਾਲ, ਪਿਛੋਕੜ ਦੇ ਇਫੈਕਟ ਨਾਲ ਲਾਗੂ ਨਹੀਂ ਕੀਤਾ ਜਾ ਸਕਦਾ, ਭਾਵ ਕਾਨੂੰਨ 2022 ਦੇ ਵਿੱਚ ਬਣਾਇਆ ਗਿਆ ਹੈ, ਇਸ ਨੂੰ 2019 ਤੋਂ ਲਾਗੂ ਕੀਤਾ ਜਾਵੇ। ਤੇ ਹਰ ਵਿਅਕਤੀ ਨੂੰ ਇਹ ਕੋਵੇਨੈਂਟ ਅਧਿਕਾਰ ਦਿੰਦਾ ਹੈ ਕਿ ਉਸ ਨੂੰ ਕਾਨੂੰਨ ਦੇ ਸਾਹਮਣੇ ਇੱਕ ਵਿਅਕਤੀ ਦੇ ਤੌਰ ਤੇ, ਇੱਕ ਪਰਸਨ ਦੇ ਤੌਰ ਤੇ ਮਾਨਤਾ ਹੋਵੇਗੀ। ਇਹ ਅਧਿਕਾਰ ਪੱਤਰ ਨਿੱਜਤਾ ਦਾ ਅਧਿਕਾਰ ਦਿੰਦਾ ਹੈ ਕਿ ਕਿਸੇ ਵਿਅਕਤੀ ਨੂੰ ਜੋ ਗੱਲਬਾਤ ਹੈ ਬਿਨਾਂ ਉਸ ਦੀ ਸਹਿਮਤੀ ਤੋਂ ਬਿਨਾਂ ਨਹੀਂ ਸੁਣੀ ਜਾ ਸਕਦੀ, ਕਿਸੇ ਵਿਅਕਤੀ ਦੇ ਨਿੱਜੀ ਲਾਈਫ ਦੇ ਵਿੱਚ ਸਰਕਾਰ ਦੁਆਰਾ ਇੰਟਰਫੇਰੈਂਸ ਨਹੀਂ ਕੀਤਾ ਜਾ ਸਕਦਾ। ਸੁਤੰਤਰ ਸੋਚ, ਜ਼ਮੀਰ ਅਤੇ ਧਰਮ ਦੀ ਸੁਤੰਤਰਤਾ ਦਾ ਅਧਿਕਾਰ ਇਹ ਪ੍ਰਦਾਨ ਕਰਦਾ ਹੈ, ਵਿਚਾਰਾਂ ਦੇ ਪ੍ਰਗਟਾਵੇ ਦੀ ਸੁਤੰਤਰਤਾ ਦਿੰਦਾ ਹੈ। ਇਹ ਪ੍ਰਤੀਗਿਆ ਪੱਤਰ ਕਹਿੰਦਾ ਹੈ ਕਿ ਯੁੱਧ ਦਾ ਪ੍ਰੋਪੇਗੈਂਡਾ ਕਿਸੇ ਸਰਕਾਰ ਦੁਆਰਾ ਨਹੀਂ ਕੀਤਾ ਜਾਵੇਗਾ, ਯੁੱਧ ਨੂੰ ਗਲੋਰੀਫਾਈ ਨਹੀਂ ਕੀਤਾ ਜਾਵੇਗਾ, ਕਿਉਂਕਿ ਸੰਯੁਕਤ ਰਾਸ਼ਟਰ ਯੁੱਧ ਦੇ ਨਤੀਜੇ ਵਜੋਂ ਹੀ ਬਣਿਆ ਸੀ। ਸੈਕੰਡ ਵਰਲਡ ਵਾਰ ਦੇ ਵਿੱਚ ਜਦੋਂ ਬਹੁਤ ਜ਼ਿਆਦਾ ਮਨੁੱਖਤਾ ਦਾ ਨੁਕਸਾਨ ਹੋਇਆ, ਇਸ ਲਈ ਸੈਕੰਡ ਵਰਲਡ ਵਾਰ ਦੇ ਖਤਮ ਹੋਣ ਤੋਂ ਤੁਰੰਤ ਬਾਅਦ ਸੰਯੁਕਤ ਰਾਸ਼ਟਰ ਦਾ ਗਠਨ ਕੀਤਾ ਗਿਆ ਅਤੇ ਫਿਰ ਇਸ ਤਰ੍ਹਾਂ ਦਾ ਭਿਅੰਕਰ ਯੁੱਧ ਨਾ ਹੋਵੇ ਇਸ ਲਈ ਵਿਸ਼ਵ ਦੇ ਵਿੱਚ ਸ਼ਾਂਤੀ ਕਾਇਮ ਰੱਖਣ ਦੇ ਲਈ ਜਿੱਥੇ ਸਿਕਿਉਰਿਟੀ ਕੌਂਸਲ ਬਣਾਈ ਗਈ, ਉੱਥੇ ਇਕਨੋਮਿਕ ਐਂਡ ਸੋਸ਼ਲ ਕੌਂਸਲ ਵੀ ਬਣਾਈ ਗਈ, ਜਿਹੜੀ ਇਸ ਤਰ੍ਹਾਂ ਦਾ ਵਾਤਾਵਰਨ ਕਾਇਮ ਰੱਖ ਸਕੇ ਕਿ ਵਿਸ਼ਵ ਦੇ ਵਿੱਚ ਯੁੱਧਾਂ ਵਾਲਾ ਮਾਹੌਲ ਨਾ ਬਣੇ। ਇਹ ਪ੍ਰਤੀਗਿਆ ਪੱਤਰ ਸ਼ਾਂਤੀਪੂਰਵਕ ਇਕੱਠੇ ਹੋਣ ਦਾ ਅਧਿਕਾਰ ਦਿੰਦਾ ਹੈ ਨਾਗਰਿਕਾਂ ਨੂੰ। ਇਸ ਪ੍ਰਤੀਗਿਆ ਪੱਤਰ ਦੇ ਵਿੱਚ ਵਿਆਹ ਦੇ ਅਧਿਕਾਰ ਅਤੇ ਪਰਿਵਾਰ ਦੇ ਅਧਿਕਾਰ ਨੂੰ ਮਾਨਤਾ ਦਿੱਤੀ ਗਈ ਹੈ ਕਿ ਵਿਆਹ ਸਿਰਫ ਵਿਆਹ ਦੇ ਬੰਧਨ ਵਿੱਚ ਬੰਨੇ ਜਾ ਰਹੇ ਜੋੜੇ ਦੀ ਸਹਿਮਤੀ ਨਾਲ ਹੀ ਹੋ ਸਕਦਾ ਹੈ ਅਤੇ ਪਰਿਵਾਰ ਦਾ ਅਧਿਕਾਰ ਹੈ ਜਿਹੜਾ ਉਹ ਇੱਕ ਮੌਲਿਕ ਇਕਾਈ ਹੈ ਪਰਿਵਾਰ ਵਿਅਕਤੀ ਦੀ, ਇਸ ਲਈ ਸਮਾਜ ਅਤੇ ਰਾਜ ਇਸ ਦੀ ਸੁਰੱਖਿਆ ਕਰਨਗੇ। ਇਹ ਪ੍ਰਤੀਗਿਆ ਪੱਤਰ ਮੈਂਬਰ ਰਾਜਾਂ ਦੇ ਵਿਅਕਤੀਆਂ ਨੂੰ ਸ਼ਾਸਨ ਪ੍ਰਬੰਧ ਦੇ ਵਿੱਚ ਭਾਗ ਲੈਣ ਦਾ ਅਧਿਕਾਰ ਦਿੰਦਾ ਹੈ, ਪ੍ਰਤੱਖ ਤੌਰ ਤੇ ਜਾਂ ਆਪਣੇ ਪ੍ਰਤੀਨਿਧਾਂ ਦੁਆਰਾ। ਇਸ ਪ੍ਰਤੀਗਿਆ ਪੱਤਰ ਦੇ ਵਿੱਚ ਕਿਹਾ ਗਿਆ ਹੈ ਕਿ ਜਿਸ ਰਾਜ ਦੇ ਵਿੱਚ ਕੁਝ ਮੈਂਬਰ ਮਾਈਨੋਰਟੀਜ਼ ਦੇ ਹੋਣ, ਘੱਟ ਗਿਣਤੀਆਂ ਨਾਲ ਸੰਬੰਧਿਤ ਕੁਝ ਲੋਕ ਰਹਿੰਦੇ ਹੋਣ, ਉਹਨਾਂ ਲੋਕਾਂ ਨੂੰ ਆਪਣੇ ਸੱਭਿਆਚਾਰਕ, ਧਾਰਮਿਕ ਅਤੇ ਭਾਸ਼ਾ ਨਾਲ ਸੰਬੰਧਿਤ ਅਧਿਕਾਰਾਂ ਦੀ ਸੁਰੱਖਿਆ ਦਾ ਅਧਿਕਾਰ ਹੋਵੇਗਾ, ਭਾਵ ਜੋ ਬਹੁ ਗਿਣਤੀ ਹੈ ਉਹ ਆਪਣੇ ਰੀਤੀ ਰਿਵਾਜ, ਭਾਸ਼ਾ ਜਾਂ ਧਰਮ ਘੱਟ ਗਿਣਤੀਆਂ ਤੇ ਨਹੀਂ ਥੋਪ ਸਕੇਗੀ। ਇਹ ਸਨ ਮੁੱਖ ਅਧਿਕਾਰ ਜਿਹੜੇ ਨਾਗਰਿਕ ਅਤੇ ਰਾਜਨੀਤਿਕ ਅਧਿਕਾਰਾਂ ਸੰਬੰਧੀ ਅੰਤਰਰਾਸ਼ਟਰੀ ਪ੍ਰਤੀਗਿਆ ਪੱਤਰ ਦੇ ਅਧੀਨ ਦਿੱਤੇ ਗਏ ਹਨ।
ਇਹਨਾਂ ਅਧਿਕਾਰਾਂ ਦੀ ਇਸ ਪ੍ਰਤੀਗਿਆ ਪੱਤਰ ਦੀ ਚੰਗੀ ਤਰ੍ਹਾਂ ਦੇਖ-ਰੇਖ ਕਰਨ ਲਈ ਇੱਕ ਮਨੁੱਖੀ ਅਧਿਕਾਰ ਕਮੇਟੀ ਬਣਾਈ ਗਈ ਹੈ, ਜਿਹੜੀ ਇਸ ਪ੍ਰਤੀਗਿਆ ਪੱਤਰ ਦੇ ਵਿੱਚ ਹੀ ਲਿਖੀ ਗਈ ਹੈ। ਇਸ ਦੇ ਵਿੱਚ 18 ਮੈਂਬਰ ਹੁੰਦੇ ਹਨ, ਜਿਹੜੇ ਆਪਣੀ ਇੰਡੀਵਿਜੂਅਲ ਕਪੈਸਿਟੀ ਦੇ ਵਿੱਚ ਕੰਮ ਕਰਦੇ ਹਨ, ਭਾਵ ਆਪਣੇ ਰਾਜ ਨੂੰ ਰਿਪਰੈਜ਼ੈਂਟ ਨਹੀਂ ਕਰਦੇ। ਇਹ ਇੱਕ ਰਾਜਨੀਤਿਕ ਕਿਸਮ ਦੀ ਕਮੇਟੀ ਨਹੀਂ ਹੁੰਦੀ, ਇਹ ਇੱਕ ਐਕਸਪਰਟ ਕਿਸਮ ਦੀ ਕਮੇਟੀ ਹੁੰਦੀ ਹੈ, ਜਿਸ ਵਿੱਚ ਉਹਨਾਂ ਮੈਂਬਰਾਂ ਨੂੰ ਲਿਆ ਜਾਂਦਾ ਹੈ ਜਿਨ੍ਹਾਂ ਦਾ ਮਨੁੱਖੀ ਅਧਿਕਾਰਾਂ ਸੰਬੰਧੀ ਗਿਆਨ ਹੋਵੇ ਅਤੇ ਚੰਗਾ ਤਜਰਬਾ ਹੋਵੇ, ਜਿਨ੍ਹਾਂ ਨੇ ਇਸ ਖੇਤਰ ਦੇ ਵਿੱਚ ਕੰਮ ਕੀਤਾ ਹੋਵੇ। ਇਸ ਪ੍ਰਤੀਗਿਆ ਪੱਤਰ ਨੂੰ ਹੋਰ ਮਜ਼ਬੂਤ ਕਰਨ ਲਈ 2 ਆਪਸ਼ਨਲ ਪ੍ਰੋਟੋਕੋਲ ਵੀ ਅਪਰੂਵ ਕੀਤੇ ਗਏ ਹਨ ਸੰਯੁਕਤ ਰਾਸ਼ਟਰ ਦੀ ਮਹਾਸਭਾ ਦੁਆਰਾ। ਇਹਨਾਂ ਚੋਂ ਇੱਕ ਨੂੰ ਪਹਿਲਾ ਪ੍ਰੋਟੋਕੋਲ ਕਿਹਾ ਜਾਂਦਾ ਹੈ, ਦੂਸਰੇ ਨੂੰ ਦੂਸਰਾ ਵਿਕਲਪਿਕ ਪ੍ਰੋਟੋਕੋਲ ਕਿਹਾ ਜਾਂਦਾ ਹੈ। ਪਹਿਲਾ ਜੋ ਵਿਕਲਪਿਕ ਪ੍ਰੋਟੋਕੋਲ ਹੈ ਉਹ ਇਸ ਡਿਕਲੇਰੇਸ਼ਨ ਦੇ ਨਾਲ ਹੀ ਲਾਗੂ ਕੀਤਾ ਗਿਆ ਸੀ 1976 ਦੇ ਵਿੱਚ। ਇਹ ਇੰਡੀਵਿਜੂਅਲ ਕੰਪਲੇਂਟ ਸਿਸਟਮ ਪ੍ਰੋਵਾਈਡ ਕਰਦਾ ਹੈ, ਭਾਵ ਕੇਵਲ ਸਰਕਾਰ ਨੇ ਹੀ ਰਿਪੋਰਟ ਨਹੀਂ ਭੇਜਣੀ ਇਸ ਮਨੁੱਖੀ ਅਧਿਕਾਰ ਕਮੇਟੀ ਕੋਲ। ਜਿਸ ਰਾਜ ਨੇ ਇਸ ਪਹਿਲੇ ਪ੍ਰੋਟੋਕੋਲ ਤੇ ਆਪਣੀ ਰੈਟੀਫਿਕੇਸ਼ਨ ਦਿੱਤੀ ਹੈ, ਇਸ ਨੂੰ ਪ੍ਰਵਾਨ ਕੀਤਾ ਹੈ, ਉਸ ਰਾਜ ਦੇ ਵਿਅਕਤੀ ਵੀ ਕੰਪਲੇਂਟ ਕਰ ਸਕਦੇ ਹਨ ਮਨੁੱਖੀ ਅਧਿਕਾਰ ਕਮੇਟੀ ਕੋਲ ਜੇ ਉੱਥੋਂ ਦੀ ਸਰਕਾਰ ਉਹਨਾਂ ਦੇ ਅਧਿਕਾਰਾਂ ਦੀ ਉਲੰਘਣਾ ਕਰਦੀ ਹੈ। ਅਤੇ ਜਿਹੜਾ ਦੂਸਰਾ ਵਿਕਲਪਿਕ ਪ੍ਰੋਟੋਕੋਲ ਹੈ ਇਹ 1999 ਦੇ ਵਿੱਚ ਅਪਰੂਵ ਕੀਤਾ ਗਿਆ ਸੀ ਯੂਨਾਈਟਿਡ ਨੇਸ਼ਨ ਦੀ ਜਨਰਲ ਅਸੈਂਬਲੀ ਦੁਆਰਾ। ਇਸ ਦੇ ਅਧੀਨ ਡੈਥ ਪੈਨਲਟੀ ਨੂੰ ਅਬੋਲਿਸ਼ ਕਰਨਾ ਪੈਂਦਾ ਹੈ ਸਟੇਟ ਨੂੰ। ਜਿਹੜੀ ਵੀ ਸਟੇਟ ਇਸ ਸੈਕੰਡ ਪ੍ਰੋਟੋਕੋਲ ਤੇ ਹਸਤਾਖਰ ਕਰਦੀ ਹੈ ਉਹ ਡੈਥ ਪੈਨਲਟੀ ਨੂੰ ਪੂਰੀ ਤਰ੍ਹਾਂ ਆਪਣੇ ਰਾਜ ਦੇ ਵਿੱਚੋਂ ਖਤਮ ਕਰਦੀ ਹੈ। ਆਪਾਂ ਇਸ ਪ੍ਰਤੀਗਿਆ ਪੱਤਰ ਦੇ ਵਿੱਚ ਪੜ੍ਹਿਆ ਹੈ, ਪਹਿਲਾਂ ਜੋ ਅਧਿਕਾਰ ਇਸ ਦੇ ਵਿੱਚ ਆਏ ਹਨ ਉਹਨਾਂ ਦੇ ਵਿੱਚ ਇੱਕ ਅਧਿਕਾਰ ਸੀ ਕਿ ਡੈਥ ਪੈਨਲਟੀ, ਮੌਤ ਦੀ ਸਜ਼ਾ, ਉਹ ਸਿਰਫ ਐਕਸਟ੍ਰੀਮ ਕਿਸਮ ਦੇ ਕੇਸਾਂ 'ਚ, ਗੰਭੀਰ ਕੇਸਾਂ ਦੇ ਵਿੱਚ ਹੀ ਦਿੱਤੀ ਜਾਵੇਗੀ। ਪਰੰਤੂ ਜਿਹੜਾ ਰਾਜ ਇਸ ਦੂਸਰੇ ਆਪਸ਼ਨਲ ਪ੍ਰੋਟੋਕੋਲ ਤੇ ਹਸਤਾਖਰ ਕਰ ਦਿੰਦਾ ਹੈ, ਰੈਟੀਫਾਈ ਕਰ ਦਿੰਦਾ ਹੈ, ਉਸ ਨੂੰ ਇਹ ਸਹਿਮਤੀ ਦੇਣੀ ਪੈਂਦੀ ਹੈ ਕਿ ਅਸੀਂ ਮੌਤ ਦੀ ਸਜ਼ਾ ਨੂੰ ਆਪਣੇ ਦੇਸ਼ ਦੇ ਵਿੱਚੋਂ ਪੂਰੀ ਤਰ੍ਹਾਂ ਖਤਮ ਕਰਾਂਗੇ। ਇਹ ਸਨ 3 ਮੁੱਖ ਡਾਕੂਮੈਂਟਸ ਜਿਨ੍ਹਾਂ ਨੂੰ ਮਿਲਾ ਕੇ ਅੰਤਰਰਾਸ਼ਟਰੀ ਮਨੁੱਖੀ ਅਧਿਕਾਰ ਪੱਤਰ ਕਿਹਾ ਜਾਂਦਾ ਹੈ, ਜਿਨ੍ਹਾਂ ਦੇ ਵਿੱਚ ਪਹਿਲਾ ਸੀ UDHR ਯੂਨੀਵਰਸਲ ਡਿਕਲੇਰੇਸ਼ਨ ਆਫ ਹਿਊਮਨ ਰਾਈਟਸ, ਦੂਸਰਾ ਸੀ ਇੰਟਰਨੈਸ਼ਨਲ ਕੋਵੇਨੈਂਟ ਔਨ ਇਕਨੋਮਿਕ, ਸੋਸ਼ਲ ਐਂਡ ਕਲਚਰਲ ਰਾਈਟਸ, ਤੇ ਤੀਸਰਾ ਸੀ ਇੰਟਰਨੈਸ਼ਨਲ ਕੋਵੇਨੈਂਟ ਔਨ ਸਿਵਲ ਐਂਡ ਪੋਲੀਟੀਕਲ ਰਾਈਟਸ। ਇਹਨਾਂ ਤਿੰਨਾਂ ਹੀ ਮੁੱਖ ਡਾਕੂਮੈਂਟਸ ਨੂੰ ਮਿਲਾ ਕੇ ਅੰਤਰਰਾਸ਼ਟਰੀ ਮਨੁੱਖੀ ਅਧਿਕਾਰ ਪੱਤਰ ਕਿਹਾ ਜਾਂਦਾ ਹੈ। ਤੇ ਇਸ ਸਲਾਈਡ ਦੇ ਵਿੱਚ ਅਸੀਂ ਦੇਖਦੇ ਹਾਂ ਕਿ ਅੰਤਰਰਾਸ਼ਟਰੀ ਪੱਧਰ ਤੇ ਮਨੁੱਖੀ ਅਧਿਕਾਰ ਕਾਨੂੰਨ ਦੀ ਸਥਿਤੀ ਕੀ ਹੈ, ਭਾਵ ਕਿੰਨੇ ਕੁ ਰਾਜਾਂ ਨੇ ਇਹਨਾਂ ਕਾਨੂੰਨਾਂ ਨੂੰ ਮੰਨਣ ਲਈ ਆਪਣੀ ਸਹਿਮਤੀ ਦਿੱਤੀ ਹੈ। ਸਭ ਤੋਂ ਪਹਿਲਾਂ ਤਾਂ ਹੈ ਮਨੁੱਖੀ ਅਧਿਕਾਰਾਂ ਸੰਬੰਧੀ ਵਿਸ਼ਵ ਵਿਆਪੀ ਘੋਸ਼ਣਾ UDHR। ਇਸ ਦੇ 193 ਮੈਂਬਰ ਮੰਨੇ ਜਾ ਸਕਦੇ ਹਨ, ਕਿਉਂਕਿ ਇਹ ਸਿਰਫ ਘੋਸ਼ਣਾ ਹੈ, ਇਹ ਸੰਧੀ ਨਹੀਂ ਹੈ, ਇਸ ਲਈ ਇਸ ਤੇ ਕੋਈ ਰੈਟੀਫਿਕੇਸ਼ਨ ਦੀ ਜ਼ਰੂਰਤ ਨਹੀਂ ਪੈਂਦੀ। ਤੇ ਮੰਨਿਆ ਜਾਂਦਾ ਹੈ ਕਿ ਜਿਹੜਾ ਵੀ ਰਾਜ ਸੰਯੁਕਤ ਰਾਸ਼ਟਰ ਦਾ ਮੈਂਬਰ ਹੈ ਉਹ UDHR ਦੇ ਵਿੱਚ ਵੀ ਵਿਸ਼ਵਾਸ ਰੱਖਦਾ ਹੈ, ਕਿਉਂਕਿ ਸੰਯੁਕਤ ਰਾਸ਼ਟਰ ਦੇ 193 ਮੈਂਬਰ ਹਨ, ਇਸ ਲਈ UDHR ਵੀ 193 ਰਾਜਾਂ ਦੇ ਵਿੱਚ ਇਸ ਦੀ ਸਹਿਮਤੀ ਮੰਨੀ ਜਾਂਦੀ ਹੈ ਤੇ ਇੰਡੀਆ ਵੀ ਇਹਨਾਂ 193 ਰਾਜਾਂ ਦੇ ਵਿੱਚ ਸ਼ਾਮਲ ਹੈ। ਦੂਸਰਾ ਹੈ ਆਰਥਿਕ, ਸਮਾਜਿਕ ਅਤੇ ਸੱਭਿਆਚਾਰਕ ਅਧਿਕਾਰਾਂ ਤੇ ਅੰਤਰਰਾਸ਼ਟਰੀ ਪ੍ਰਤੀਗਿਆ ਪੱਤਰ। ਇਸ ਤੇ 171 ਰਾਜਾਂ ਨੇ ਹੁਣ ਤੱਕ ਆਪਣੇ ਹਸਤਾਖਰ ਕੀਤੇ ਹਨ, ਜਿਨ੍ਹਾਂ ਦੇ ਵਿੱਚ ਸਾਡਾ ਦੇਸ਼ ਭਾਰਤ ਵੀ ਸ਼ਾਮਲ ਹੈ। ਤੇ ਤੀਸਰੇ ਨੰਬਰ ਤੇ ਹੈ ਆਰਥਿਕ, ਸਮਾਜਿਕ ਅਤੇ ਸੱਭਿਆਚਾਰਕ ਅਧਿਕਾਰਾਂ ਲਈ ਵਿਕਲਪਿਕ ਪ੍ਰੋਟੋਕੋਲ, ਆਪਸ਼ਨਲ ਪ੍ਰੋਟੋਕੋਲ। ਇਸ ਆਪਸ਼ਨਲ ਪ੍ਰੋਟੋਕੋਲ ਦੇ ਲਾਗੂ ਹੋਣ ਤੋਂ ਬਾਅਦ ਜਿਹੜਾ ਰਾਜ ਇਸ ਆਪਸ਼ਨਲ ਪ੍ਰੋਟੋਕੋਲ ਤੇ ਹਸਤਾਖਰ ਕਰਦਾ ਹੈ ਉਹ ਇੰਡੀਵਿਜੂਅਲ ਕੰਪਲੇਂਟ ਸਿਸਟਮ ਨੂੰ ਅਲਾਉ ਕਰਦਾ ਹੈ ਕਿ ਸਾਡੇ ਰਾਜ ਦੇ ਜਿਹੜੇ ਨਾਗਰਿਕ ਨੇ ਉਹ ਵੀ ਇਹਨਾਂ ਆਰਥਿਕ, ਸਮਾਜਿਕ ਅਤੇ ਸੱਭਿਆਚਾਰਕ ਅਧਿਕਾਰਾਂ ਦੀ ਉਲੰਘਣਾ ਹੋਣ ਤੇ ਕਮੇਟੀ ਨੂੰ ਰਿਪੋਰਟ ਕਰ ਸਕਦੇ ਹਨ। ਤੇ ਤੀਸਰਾ ਮੁੱਖ ਡਾਕੂਮੈਂਟ ਹੈ ਨਾਗਰਿਕ ਅਤੇ ਰਾਜਨੀਤਿਕ ਅਧਿਕਾਰਾਂ ਤੇ ਅੰਤਰਰਾਸ਼ਟਰੀ ਪ੍ਰਤੀਗਿਆ ਪੱਤਰ। ਇਸ ਤੇ ਇਸ ਸਮੇਂ 173 ਜੋ ਰਾਜ ਹਨ ਉਹ ਇਸ ਕੋਵੇਨੈਂਟ ਦੀ ਪਾਰਟੀ ਹਨ, ਇਸ ਕੋਵੇਨੈਂਟ ਦੇ ਵਿੱਚ ਸ਼ਾਮਲ ਹਨ, ਜਿਨ੍ਹਾਂ ਦੇ ਵਿੱਚ ਭਾਰਤ ਵੀ ਸ਼ਾਮਲ ਹੈ। ਇਹ ਜੋ ਨਾਗਰਿਕ ਅਤੇ ਰਾਜਨੀਤਿਕ ਅਧਿਕਾਰਾਂ ਦਾ ਅੰਤਰਰਾਸ਼ਟਰੀ ਪ੍ਰਤੀਗਿਆ ਪੱਤਰ ਹੈ, ਇਸ ਨੂੰ ਹੋਰ ਮਜ਼ਬੂਤ ਕੀਤੇ ਜਾਣ ਲਈ ਅਸੀਂ ਪਹਿਲਾਂ ਗੱਲ ਕੀਤੀ ਹੈ ਕਿ 2 ਆਪਸ਼ਨਲ ਪ੍ਰੋਟੋਕੋਲ ਹਨ। ਪਹਿਲਾ ਆਪਸ਼ਨਲ ਪ੍ਰੋਟੋਕੋਲ ਜਿਹੜਾ ਇੰਡੀਵਿਜੂਅਲ ਕੰਪਲੇਂਟ ਸਿਸਟਮ ਅਲਾਉ ਕਰਦਾ ਹੈ ਕਿ ਭਾਵ ਰਾਜ ਦੇ ਜੋ ਨਾਗਰਿਕ ਹਨ ਉਹ ਵੀ ਕੋਈ ਸ਼ਿਕਾਇਤ ਕਰ ਸਕਦੇ ਹਨ ਮਨੁੱਖੀ ਅਧਿਕਾਰ ਕਮੇਟੀ ਨੂੰ। ਇਸ ਪ੍ਰੋਟੋਕੋਲ ਤੇ 116 ਰਾਜਾਂ ਨੇ ਹੁਣ ਤੱਕ ਹਸਤਾਖਰ ਕੀਤੇ ਹਨ ਤੇ ਇਹਨਾਂ ਦੇ ਵਿੱਚ ਭਾਰਤ ਸ਼ਾਮਲ ਨਹੀਂ ਹੈ। ਤੇ ਇਸੇ ਹੀ ਨਾਲ ਹੀ ਸੰਬੰਧਿਤ ਨਾਗਰਿਕ ਅਤੇ ਰਾਜਨੀਤਿਕ ਅਧਿਕਾਰਾਂ ਤੇ ਅੰਤਰਰਾਸ਼ਟਰੀ ਪ੍ਰਤੀਗਿਆ ਪੱਤਰ ਨਾਲ ਸੰਬੰਧਿਤ ਦੂਸਰਾ ਸੈਕੰਡ ਪ੍ਰੋਟੋਕੋਲ, ਆਪਸ਼ਨਲ ਪ੍ਰੋਟੋਕੋਲ ਹੈ, ਜਿਹੜਾ ਕਿ
ਮੌਤ ਦੀ ਸਜ਼ਾ ਨੂੰ ਸਮਾਪਤ ਕਰਦਾ ਹੈ। ਹੁਣ ਤੱਕ 90 ਰਾਜਾਂ ਨੇ ਇਸ ਆਪਸ਼ਨਲ ਪ੍ਰੋਟੋਕੋਲ ਤੇ ਹਸਤਾਖਰ ਕੀਤੇ ਹਨ, ਜਿਨ੍ਹਾਂ ਦੇ ਵਿੱਚ ਭਾਰਤ ਸ਼ਾਮਲ ਨਹੀਂ ਹੈ। ਇਹ ਸੀ ਮੁੱਖ ਤੌਰ ਤੇ ਸਥਿਤੀ ਅੰਤਰਰਾਸ਼ਟਰੀ ਮਨੁੱਖੀ ਅਧਿਕਾਰ ਕਾਨੂੰਨ ਦੀ, ਕਿ ਇਹ ਜਿਹੜੇ ਕਾਨੂੰਨ ਬਣੇ ਹੋਏ ਨੇ ਅੰਤਰਰਾਸ਼ਟਰੀ ਪੱਧਰ ਤੇ ਮਨੁੱਖੀ ਅਧਿਕਾਰਾਂ ਨਾਲ ਸੰਬੰਧਿਤ, ਉਹਨਾਂ ਨੂੰ ਕਿੰਨੇ ਕੁ ਰਾਜਾਂ ਨੇ ਹੁਣ ਤੱਕ ਆਪਣੀ ਸਹਿਮਤੀ ਦਿੱਤੀ ਹੈ, ਕਿੰਨੇ ਕੁ ਰਾਜਾਂ ਨੇ ਹੁਣ ਤੱਕ ਆਪਣੀ ਸਹਿਮਤੀ ਨਹੀਂ ਦਿੱਤੀ। ਇਸ ਲੈਕਚਰ ਨੂੰ ਤਿਆਰ ਕਰਨ ਲਈ ਮੈਂ ਜੋ ਲਿਟਰੇਚਰ ਦਾ ਅਧਿਐਨ ਕੀਤਾ ਹੈ ਉਹ ਇਸ ਤਰ੍ਹਾਂ ਹੈ। ਇਸ ਲਿਟਰੇਚਰ ਦਾ ਅਧਿਐਨ ਤੁਸੀਂ ਕਰ ਸਕਦੇ ਹੋ ਜੇ ਤੁਸੀਂ ਇਸ ਵਿਸ਼ੇ ਤੇ ਹੋਰ ਜਾਣਕਾਰੀ ਪ੍ਰਾਪਤ ਕਰਨੀ ਚਾਹੁੰਦੇ ਹੋ। ਇਹ ਕੁਝ ਆਰਟੀਕਲਸ ਹਨ, ਮੌਰਿਸ ਕ੍ਰੈਂਸਟਨ ਦੀ ਕਿਤਾਬ ਹੈ, ਬਾਕੀ ਸਾਰੇ ਆਰਟੀਕਲਸ ਹਨ। ਇਸ ਤੋਂ ਬਿਨਾਂ ਯੂਨਾਈਟਿਡ ਨੇਸ਼ਨ ਨਾਲ ਸੰਬੰਧਿਤ ਯੂਨਾਈਟਿਡ ਨੇਸ਼ਨ ਦੇ ਜੋ ਡਾਕੂਮੈਂਟਸ ਹਨ, UN ਚਾਰਟਰ, UDHR, ICESCR, ICCPR, ਆਪਸ਼ਨਲ ਪ੍ਰੋਟੋਕੋਲਸ, ਇਹ ਸਾਰੇ ਡਾਕੂਮੈਂਟਸ ਹਨ ਜਿਹੜੇ ਤੁਸੀਂ ਫੋਲੋ ਕਰ ਸਕਦੇ ਹੋ ਫਰਦਰ ਸਟੱਡੀ ਲਈ। ਬਹੁਤ ਬਹੁਤ ਧੰਨਵਾਦ। ਗੁੱਡ ਲੱਕ।